बाणी गुरु ग्रंथ साहिब जी महाराज राग सोरठ महला नामा। मन रे कहियो ना गुर उपदेश, मन रे कहियो ना गुर उपदेश, कहाँ पयो जो मूड मडायो, भगवो कीनो पेश। ये बाणी नौवें पातशाह गुरु तेग बहादुर जी की है। संत महात्मा सारे नाल ही प्यार करते हैं, उन्होंने किसी नाल भी कोई वैर विरोध नहीं होंदा, किसी नाल कोई नफरत नहीं होंदी। वो जो भी वचन करते हैं सारी सृष्टि वास्ते, सारे संसार वास्ते ही करते हैं। ਅਸੀਂ ਆਪਣੇ ਆਪਣੇ ਦਿਮਾਗ ਨੂੰ ਉਹਦੇ ਨਾਲ ਵੰਡੀਆਂ ਪਾ ਲੈਂਦੇ ਹਾਂ, ਲੇਕਿਨ ਉਹਨਾਂ ਦਾ ਸੰਦੇਸ਼ ਜਿਹੜਾ ਹੁੰਦਾ ਹੈ ਇੱਕੋ ਹੀ ਘਰ 'ਚੋਂ ਆਏ ਹੁੰਦੇ ਨੇ, ਔਰ ਉਹਨਾਂ ਦਾ ਸੰਦੇਸ਼ ਵੀ ਜਿਹੜਾ ਇੱਕੋ ਹੀ ਹੁੰਦਾ। ਜਦੋਂ ਅਸੀਂ ਉਹਨਾਂ ਦੇ ਉਸ ਵਿਚਾਰਾਂ ਦੇ ਵਿੱਚ ਗਹਿਰੀ ਚੁੱਭੀ ਲਾਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉਸ ਗਹਿਰਾਈ 'ਚ ਜਾ ਕੇ ਸਾਰੇ ਹੀ ਜਿਸ ਤਰ੍ਹਾਂ ਉਸ ਸਮੁੰਦਰ ਦੇ ਜਿਸ ਤਰ੍ਹਾਂ ਕਤਰੇ ਹੁੰਦੇ ਨੇ, ਉਸੇ ਹੀ ਸਾਰੇ ਹੀ ਉਸ ਸਮੁੰਦਰ ਦੇ ਵਿੱਚ ਕਤਰੇ, ਉਸੇ ਸਮੁੰਦਰ ਦਾ ਹੀ ਇੱਕੋ ਹੀ ਨੀਰ ਹੈ। ਜਿਉਂ ਜਿਉਂ ਅਸੀਂ ਕੋਈ ਬਾਲਟੀ 'ਚ ਭਰ ਲਿਆ, ਕਿਸੇ ਨੇ ਗਲਾਸ 'ਚ ਭਰ ਲਿਆ, ਕੋਈ ਕਿਸੇ ਤਰ੍ਹਾਂ ਵੱਖਰਾ ਵੱਖਰਾ ਰੂਪ, ਉਹਨੂੰ ਵੱਖਰੇ ਵੱਖਰੇ ਨਾਮ ਦੇ ਦਿੱਤੇ, ਪਰ ਉਹਨਾਂ ਦਾ ਸੰਦੇਸ਼ ਜਿਹੜਾ ਹੈ ਉਹ ਸਾਰਿਆਂ ਵਾਸਤੇ ਇੱਕੋ ਹੀ। ਉਹ ਕਿਸੇ ਦਾ ਇੱਕ ਦਾ ਨਾਮ ਨਹੀਂ ਲੈਂਦੇ, ਕਿਸੇ ਦਾ ਵੀ, ਜਾਂ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਕਿਸੇ ਨੂੰ। ਉਹ ਜਿਹੜਾ ਇਸ ਦੇਸ਼ ਦੇ ਵਿੱਚ ਜੋ ਸਭ ਸੇਵਾ ਦੇ ਹਾਵੀ ਹੈ, ਜਿਹੜਾ ਸਾਨੂੰ ਸਤਿਗੁਰਾਂ ਦੇ ਵਚਨਾਂ ਤੋਂ ਪਾਸੇ ਕਰਵਾ ਦਿੰਦਾ ਹੈ, ਉਹਨਾਂ ਦੇ ਵਚਨਾਂ ਦੀਆਂ ਮੰਨਣਾ ਕਰਵਾ ਦਿੰਦਾ ਹੈ, ਜਾਂ ਉਹਨਾਂ ਦੇ ਵਚਨ ਮੰਨਣ ਨਹੀਂ ਦਿੰਦਾ ਉਹਦੇ ਵਾਸਤੇ ਉਪਦੇਸ਼ ਉਹ ਹਰ ਇੱਕ ਦੇ ਵਿੱਚ ਹੀ, ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ 'ਚ ਸਾਰਿਆਂ 'ਚ ਹੀ ਉਹ ਜਾਊਗਾ। और वो वास्ते उपदेश कर रहे हैं, हमारे ने मन रे गए ना गुरु उपदेश। किसी का नाम नहीं लिया, उस मन का नाम लिया है, मन को क्या कि मन रे गए ना गुरु उपदेश, कि तू गुरु का जोड़ा वचन है, गुरु का जो उपदेश है उन्होंने तू समझिया नहीं, वो उत्ते तू चलिया नहीं, उन्होंने तू धारण नहीं किया। कोई भी होवे भावें, ਜਦੋਂ तक ਅਸੀਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਆਉਂਦੇ ਨਹੀਂ, ਉਹਨਾਂ ਦੇ ਬਚਨਾਂ ਨੂੰ ਸਮਝਦੇ ਨਹੀਂ, ਉਹਨਾਂ ਦੇ ਚੱਲਦੇ ਨਹੀਂ, ਉਦੋਂ ਤੱਕ ਕੋਈ ਵੀ ਬਦਲਾਵ ਨਹੀਂ ਆ ਸਕਦਾ। ਬਾਅਦ ਵਿੱਚ ਕਿਸੇ ਤਰ੍ਹਾਂ ਅੱਗੇ ਉਹਨੇ ਫਰਮਾਇਆ, ਕਹਾ ਪਇਓ ਜੋ ਮੂੜ ਮੜਾਇਓ ਭਗਵੋ ਕੀਨੋ ਭੇਸ। ਕਹਿੰਦੇ ਕੀ ਹੋਇਆ ਕਿ ਜੇ ਤੂੰ ਸਿਰ ਮੁੰਡਾ ਲਿਆ ਜਾਂ ਕੱਪੜੇ ਰੰਗ ਬਰੰਗੇ ਪਾ ਲਏ ਤੇ ਇਹਦੇ ਨਾਲ ਕੋਈ ਫਰਕ ਨਹੀਂ ਪਿਆ। ये तो बाहर के सारे रंग हैं। किसी ने अपने प्यार में कोई बना लिया, कोई रंग, किसी ने कोई चंगा लगा उन्हें वो कर लिया, पर जो मेन मकसद सी वो सी गुरु का वचन बनना, गुरु के वचनों के उत्ते चलना, वो शरण के पहुँचना। जो वो काम भी नहीं होया तो बाकी जोड़े काम असीं करते हैं उन्होंने कहते कोई फायदा नहीं। हुण अज संसार के असीं देखिए तो एक चाल भी की चल रही, मैं कई बार दसिया है कि हर कोई वो मान करी जाता है, मान का हंकारी करी जाता। मैं कहना
ਮਨ ਤਾਂ ਸੱਚਾ ਜੇ ਆ ਜਾਵੇ ਕਿਸੇ ਤੇ ਕੋਈ, ਫਿਰ ਤੇ ਕੋਈ ਗੱਲ ਹੀ ਨਹੀਂ ਹੈਗੀ, ਫਿਰ ਤੇ ਇਹਦੀਆਂ ਸਾਰੀਆਂ ਚੀਜ਼ਾਂ ਹੀ ਖਤਮ ਹੋ ਜਾਣਗੀਆਂ। ਸਿਰਫ ਮਨ ਦੇ ਵਿੱਚ ਉਹ ਹੰਕਾਰ ਕਿ ਬਈ ਕੋਈ ਕਹਿੰਦਾ ਹੈ ਮੈਂ ਫਲਾਣੇ ਗੁਰੂ ਦਾ ਸਿੱਖ ਹਾਂ, ਕੋਈ ਕਹਿੰਦਾ ਮੈਂ ਫਲਾਣੀ ਜਗ੍ਹਾ ਜਾਣਾ ਹੈ, ਕੋਈ ਕਹਿੰਦਾ ਮੇਰਾ ਗੁਰੂ ਵੱਡਾ ਹੈ, ਕੋਈ ਕਹਿੰਦਾ ਮੇਰਾ ਗੁਰੂ ਵੱਡਾ ਹੈ। ਗੁਰੂ ਨਾਮ ਨੂੰ ਹੀ ਨਮਸਕਾਰ ਹੈ। ਲੇਕਿਨ ਜੇ ਅਸੀਂ ਆਪਣੇ ਆਪਣੇ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਉਸ ਰਸਤੇ ਚੱਲ ਪਈਏ ਤੇ ਫਿਰ ਸਾਡੇ ਵਿੱਚ ਕੋਈ ਵੈਰ ਵਿਰੋਧ ਰਹਿ ਗਏ, ਸਾਡੇ ਵਿੱਚ ਕਿਸੇ ਤਰ੍ਹਾਂ ਦੀ ਵੀ ਫਿਰ ਕੋਈ ਹੁੰਤਾ ਹੀ ਨਹੀਂ ਰਹੇ। ਪਤਾ ਲੱਗ ਜਾਏਗਾ ਕਿ ਬਈ ਜਿਹਨੂੰ ਅਸੀਂ ਭਗਵਾਨ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਪਰਮੇਸ਼ਵਰ ਕਹਿੰਦੇ ਹਾਂ, ਉਹ ਇੱਕ ਹੀ। ਜਦੋਂ ਸਾਨੂੰ ਇਹ ਸਮਝ ਲੱਗ ਗਈ ਤੇ ਫਿਰ ਸਾਡੇ ਮਨ ਦੇ ਵਿੱਚ ਇੱਕ ਭੈ ਵੀ ਹੋਏਗਾ, ਡਰ ਵੀ ਹੋਏਗਾ ਕਿ ਅਸੀਂ ਉਹਨਾਂ ਦੇ ਰਸਤੇ 'ਤੇ ਚੱਲਣਾ। ਮੈਂ ਕਈ ਵਾਰੀ ਬੇਨਤੀ ਕਰਦਾ ਹੈ ਕਿ ਜਿਸ ਤਰ੍ਹਾਂ ਨੇ ਫਰਮਾਇਆ ਕਿ ਮੰਨ ਗਏ ਉਹਨਾਂ ਗੁਰੂ ਉਪਦੇਸ਼, ਗੁਰੂ ਦਾ ਬਚਨ ਕੀ ਹੈ ਪਹਿਲਾਂ ਉਹਨੂੰ ਸਮਝਣਾ। ਅਸੀਂ ਗ੍ਰੰਥ ਪੜ੍ਹਦੇ ਹਾਂ, ਰਸਾਲੇ ਪੜ੍ਹਦੇ ਹਾਂ, ਸਤਸੰਗ ਸੁਣਦੇ ਹਾਂ, ਡਾਇਰੀਆਂ ਦੇ ਵਿੱਚ ਨੋਟ ਕਰਦੇ ਹਾਂ, ਲਿਖਦੇ ਹਾਂ। ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨੋਟ ਕਰਨ ਵਾਲੀ ਕੀ ਹੈ, ਪਹਿਲਾਂ ਸਾਨੂੰ ਪਤਾ ਲੱਗ ਜਾਵੇ ਕਿ ਗੁਰੂ ਦੇ ਕੋਈ ਇਹ ਨਹੀਂ ਕਿ ਠੀਕ ਹੈ, ਜਿਹੜਾ ਮੇਨ ਉਹਨਾਂ ਦਾ ਇੱਕ ਨਿਸ਼ਾਨਾ ਹੁੰਦਾ ਹੈ ਉਹ ਇੱਕ ਹੀ ਸਭ। ਪਹਿਲਾਂ ਸਾਨੂੰ ਉਹਦੀ ਸਮਝ ਲੱਗ ਗਈ ਕਿ ਅਸੀਂ ਕਰਨਾ ਕੀ ਹੈ ਗੁਰੂ ਕੋਲ ਆ ਕੇ। ਕਹਿੰਦੇ ਰਾਮ ਰਾਮ ਸਭ ਕੋਈ ਕਹੇ, ਕਹੇ ਰਾਮ ਨਾ ਹੋਏ। ਕਹਿਣ ਦੇ ਨਾਲ ਕੋਈ ਗੱਲ ਨਹੀਂ ਬਣਦੀ, ਪਰ ਸਾਨੂੰ ਗੁਰ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਕਿ ਗੁਰ ਮਰਿਆਦਾ ਕੀ। ਫਿਰ ਉਸ ਤੋਂ ਬਾਅਦ ਜਿਹੜੀ ਸੰਗਤ ਦੱਸਦੇ ਨੇ ਕਿ ਸਾਡੀ ਘਰ ਦੀ ਕੀ ਮਰਿਆਦਾ ਹੈ, ਸਤਸੰਗ ਦੀ ਕੀ ਮਰਿਆਦਾ ਹੈ, ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਹੋਵੇ ਤੇ ਅਸੀਂ ਉਹਦੇ ਵਿੱਚ ਰਵਾਂਗੇ ਤੇ ਫਿਰ ਕਿਸ ਤਰ੍ਹਾਂ ਹੋਏਗਾ ਕੋਈ ਕਰਮ ਬਣੇ। ਬਹੁਤੀ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਮਰਿਆਦਾ। ਮੈਂ ਬਾਰ-ਬਾਰ ਬੇਨਤੀ ਕਰਦਾ ਰਹਿੰਦਾ ਹੈ ਕਿ ਸਤਸੰਗ ਦੇ ਵਿੱਚ ਬੈਠ ਕੇ ਅਸੀਂ ਉਸ ਮਰਿਆਦਾ ਦਾ ਪਾਲਣ ਕਰੀਏ ਜੋ ਸਤਿਗੁਰਾਂ ਨੇ ਮਰਿਆਦਾ ਬਣਾਈ, ਜਿਸ ਤਰ੍ਹਾਂ ਹਰ ਇੱਕ ਚੀਜ਼ ਨੂੰ ਸਮਝਣਾ। ਛੋਟੀਆਂ ਛੋਟੀਆਂ ਚੀਜ਼ਾਂ ਨੇ, ਬਾਰ-ਬਾਰ ਦਰਾਈਆਂ ਗਈਆਂ ਨੇ ਕਈ ਵਾਰ ਕਿ ਸਤਸੰਗ ਦੇ ਵਿੱਚ ਬੈਠ ਕੇ ਅਸੀਂ ਸਤਰਕ ਰਹੀਏ, ਸਤਿਗੁਰਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣੀਏ। ਔਰ ਛੋਟੀਆਂ ਛੋਟੀਆਂ ਚੀਜ਼ਾਂ ਜਿਸ ਤਰ੍ਹਾਂ ਕਈ ਵਾਰੀ ਕਿਹਾ ਹੈ ਕਿ ਇਹ ਸਾਰੀਆਂ ਕੋਈ ਕਾਹਦੇ ਵਾਸਤੇ ਆ, ਸਾਨੂੰ ਸਹਿਯੋਗ ਦੇਣ ਵਾਸਤੇ ਕਿ ਆਪਣੇ ਧਿਆਨ ਨੂੰ ਇਕਾਗਰ ਕਰਕੇ ਰੱਖੀਏ। ਕੋਈ ਵੀ ਸਾਨੂੰ ਪਤਾ ਨਾ ਚੱਲੇ ਕਿ ਸਾਡੇ ਸੱਜੇ ਖੱਬੇ ਕੌਣ ਬੈਠਾ ਹੈ, ਕੌਣ ਪਿੱਛੋਂ ਆ ਰਿਹਾ ਹੈ, ਕੌਣ ਕੀ ਕਰ ਰਿਹਾ ਹੈ। ਉਹ ਕਈ ਵਾਰੀ ਦੱਸੀਦਾ ਕਿ ਜਦੋਂ ਸਤਸੰਗ ਸ਼ੁਰੂ ਹੁੰਦਾ ਹੈ, ਜਿਸ ਤਰ੍ਹਾਂ ਬੇਨਤੀ ਕਰੀਦੀ ਹੈ ਕਿ ਬਈ ਜਿਸ ਤਰ੍ਹਾਂ ਅਸੀਂ ਆਈ ਜਾਂਦੇ ਹਾਂ ਪਿੱਛੇ ਆਰਾਮ ਦੇ ਨਾਲ ਬੈਠੇ ਜਾਈਏ, ਕੋਈ ਵੀ ਬਾਹਰ ਉਹਨੂੰ ਹਿਲਜੁਲ ਦੀ ਕੋਸ਼ਿਸ਼ ਨਾ ਕਰੇ। ਉਹ ਕਾਹਦੇ ਵਾਸਤੇ ਆ, ਇਹ ਇਕਾਗਰਤਾ ਵਾਸਤੇ। ਕਈ ਵਾਰੀ ਸਤਸੰਗ ਸ਼ੁਰੂ ਹੋ ਜਾਂਦਾ ਹੈ ਤੇ ਕੋਈ ਨਾ ਕੋਈ ਹਿਲਜੁਲ, ਬੋਲ ਚਾਲ, ਕੋਈ ਨਾ ਕੋਈ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ, ਉਹ ਕੀ ਹੈ ਸਾਡੇ ਧਿਆਨ ਨੂੰ ਟਿਕਣ ਦੀ ਦੇ। ਇਸੇ ਤਰ੍ਹਾਂ ਹੀ ਹੋਰ ਵੀ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ। ਫਿਰ ਇਹ ਸਭ ਕੁਝ ਕਦੋਂ ਹੋਏਗਾ, ਜਦੋਂ ਪਹਿਲਾਂ ਸਾਨੂੰ ਗੁਰੂ ਤੇ ਭਰੋਸਾ ਹੋਏਗਾ, ਵਿਸ਼ਵਾਸ ਹੋਏਗਾ, ਸਾਡਾ ਗੁਰੂ ਨਾਲ ਕੋਈ ਪਿਆਰ ਹੋਏਗਾ, ਸਾਨੂੰ ਕੋਈ ਗੁਰੂ ਦੀ ਸਮਝ ਹੋਏਗੀ, ਤੇ ਫਿਰ ਅਸੀਂ ਇਹ ਸਾਰੀਆਂ ਚੀਜ਼ਾਂ ਹੀ ਕਰਾਂਗੇ, ਗੁਰੂ ਦੇ ਬਚਨ ਮੰਨਾਂਗੇ। ਫਿਰ ਉਹਨੇ ਫਰਮਾਇਆ ਕਿ ਮੰਨ ਗਏ ਉਹਨਾਂ ਗੁਰੂ ਉਪਦੇਸ਼, ਕਾ ਪਿਓ ਜੋ ਮੂਲ ਵਡਾਇਓ ਭਗੋ ਕਿਨੋ ਭੇਸ। ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੋਣਾ, ਬਾਹਰੋਂ ਕੁਛ ਵੀ ਅਸੀਂ ਭੇਸ ਬਣਾ ਲਈਏ। ਜਿਸ ਤਰ੍ਹਾਂ ਅਸੀਂ ਸਤਿਗੁਰਾਂ ਦੇ ਦਰਬਾਰ 'ਚ ਹੀ ਆਉਂਦੇ ਹਾਂ ਤੇ ਆ ਕੇ ਅਸੀਂ ਕਿਸੇ ਤਰ੍ਹਾਂ ਦਾ ਵੀ ਭੇਸ ਬਣਾ ਲਈਏ, ਕੋਈ ਬਾਹਰੋਂ ਕੋਈ ਚਿੱਟਾ ਕੱਪੜੇ ਪਾ ਲਈਏ, ਕੋਈ ਹੋਰ ਕੋਈ ਕੱਪੜੇ ਪਾ ਲਈਏ, ਪਰ ਜੇ ਉਹ ਗੁਰੂ ਦੇ ਬਚਨ ਨੂੰ ਨਹੀਂ ਮੰਨ ਰਹੇ, ਅਸੀਂ ਉਹਨਾਂ ਦੀ ਮਰਿਆਦਾ ਦੇ ਵਿੱਚ ਨਹੀਂ ਚੱਲ ਰਹੇ, ਤੇ ਫਿਰ ਬਾਹਰੋਂ ਅਸੀਂ ਜੋ ਮਰਜ਼ੀ ਕੀਤਾ ਹੋਵੇ। ਪਹਿਲਾਂ ਗੁਰੂ ਜੀ ਦੇ ਦਰਬਾਰ ਦੇ ਵਿੱਚ ਨਜ਼ਾਰੇ ਭੰਡਾਰੇ ਦੇ ਉੱਤੇ ਉਹ ਸੇਵਾਦਾਰਾਂ ਦੇ ਬਿੱਲੇ 'ਚ ਲੱਗੇ ਹੁੰਦੇ ਸੀ। ਪਤਾ ਹੋਣਾ ਕਿ ਸੇਵਾਦਾਰਾਂ ਨੂੰ ਮੋਢਿਆਂ ਦੇ ਉੱਤੇ ਬੰਨੇ ਹੋਣੇ, ਕਿਸੇ ਨੇ ਇੱਥੇ ਲਗਾਇਆ ਹੋਣਾ ਆਪਣੇ ਕਿ ਇਹ ਫਲਾਣਾ ਸੇਵਾਦਾਰ ਹੈ, ਇਹ ਲੰਗਰ ਦੀ ਸੇਵਾ ਹੈ, ਇਹ ਫਲਾਣੇ ਦਾ ਸੇਵਾ ਹੈ। ਤੇ ਮੈਨੂੰ ਯਾਦ ਹੈ ਕਈ ਵਾਰੀ ਕਈ ਸੇਵਾਦਾਰਾਂ ਨੇ ਉਹਨਾਂ ਤੋਂ ਵੀ ਰੋਜ਼ ਪੈਣਾ ਕਿ ਦੇਖੋ ਜੀ ਮੇਰੀ ਸੇਵਾ ਲੱਗੀ ਹੈ ਤੇ ਮੈਨੂੰ ਬਿੱਲਾ ਜਿਹਾ ਨਹੀਂ ਮਿਲਿਆ, ਮੈਨੂੰ ਲਾਉਣ ਵਾਸਤੇ ਨਹੀਂ ਮਿਲਿਆ। ਗੁਰੂ ਨੇ ਫਰਮਾਉਣਾ ਕਿ ਬਈ ਕੋਈ ਨਿਸ਼ਾਨੀ ਨਹੀਂ ਹੈ, ਤੇ ਵੈਸੇ ਇੱਕ ਹੈਗਾ ਸਤਿਗੁਰਾਂ ਨੂੰ ਸਭ ਕੁਝ ਪਤਾ ਹੈ, ਅਸੀਂ ਕੋਈ ਇਹਦੇ ਵਾਸਤੇ ਨਾ ਕਰੀਏ। ਕਈਆਂ ਨੇ ਉਹ ਲਗਾਏ ਵੀ ਹੋਣੇ ਤੇ ਮਰਿਆਦਾ ਦਾ ਨਹੀਂ ਪਤਾ, ਉਹ ਕੰਮ ਐਸੇ ਕਰਦੇ ਹੋਣੇ ਕਿ ਜਿਹੜੇ ਆਪਣੇ
ਗੁਰੂ ਮਹਾਰਾਜ ਜੀ ਦੀ ਮਰਿਆਦਾ ਦਾ ਉਲੰਘਣ ਕਰਨਾ ਹੋਵੇ, ਤੇ ਉਹ ਲਗਾਉਣ ਨਾਲ ਕੀ ਹੋ ਜਾਏਗਾ? ਉੱਥੇ ਇਹ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਸੇਵਾਦਾਰ ਹੈ, ਇਹ ਪ੍ਰਮੁੱਖ ਸੇਵਾਦਾਰ ਹੈ, ਦੂਸਰਾ ਸੇਵਾਦਾਰ ਹੈ, ਇਹਦੀ ਇੱਥੇ ਸੇਵਾ ਹੈ, ਪਰ ਉਹਦੇ ਨਾਲ ਕੋਈ ਵਡਿਆਈ ਨਹੀਂ। ਵਡਿਆਈ ਕਾਹਦੇ ਨਾਲ ਹੈ? ਸਤਿਗੁਰਾਂ ਦੇ ਉਪਦੇਸ਼ ਨਾਲ, ਉਹਨਾਂ ਦੇ ਹੁਕਮ ਦੇ ਨਾਲ। ਜੇ ਉਹਨਾਂ ਦੇ ਵਚਨ ਦੇ ਵਿੱਚ ਆ, ਹੁਕਮ ਦੇ ਵਿੱਚ ਆ, ਤੇ ਫਿਰ ਸਾਰੀਆਂ ਚੀਜ਼ਾਂ ਹੈਗੀਆਂ। ਜੇ ਅਸੀਂ ਉਹਨਾਂ ਦੇ ਵਚਨਾਂ ਦੇ ਵਿੱਚ ਨਹੀਂ ਆ ਰਹੇ, ਤੇ ਫਿਰ ਕੋਈ ਵੀ ਬਾਹਰਲਾ ਭੇਸ ਬਣਾਇਆ ਹੋਵੇ ਉਹਦਾ ਕੋਈ ਫਾਇਦਾ ਨਹੀਂ। ਹਾਂਜੀ। ਮਨ ਰੇ ਗਇਓ ਨਾ ਗੁਰ ਉਪਦੇਸ, ਕਹਾ ਪਇਓ ਜੋ ਮੂਡ ਮੜਾਇਓ, ਭਗਵੋ ਕੀਨੋ ਭੇਸ, ਸਾਚ ਛਾੜ ਕੇ ਝੂਠੇ ਲਾਗਿਓ, ਜਨਮ ਕਾਰਥ ਹੁਣ ਬੋਲਦੇ ਨੇ ਸਾਚ ਛੱਡ ਕੇ ਝੂਠ ਲਾਗੇ। ਸੱਚਾ ਕੀ ਹੈ? ਜਦੋਂ ਸਾਨੂੰ ਪਤਾ ਚੱਲ ਗਿਆ ਕਿ ਕੋਈ ਅਸੀਂ ਬਾਜ਼ਾਰ ਜਾਂਦੇ ਹਾਂ, ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅਸਲੀ ਚੀਜ਼ ਹੈ, ਨਕਲੀ ਚੀਜ਼ ਹੈ, ਤੇ ਅਸੀਂ ਆਮ ਕਹਿੰਦੇ ਹਾਂ ਕਿ ਸਾਨੂੰ ਅਸਲੀ ਚੀਜ਼ ਹੈ, ਕੰਪਨੀ ਦੀ ਚੀਜ਼ ਹੈ। ਉਸ ਚੀਜ਼ ਜਦੋਂ ਸਤਿਗੁਰੂ ਸਾਨੂੰ ਬਾਰ-ਬਾਰ ਉਹ ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ ਕਿ ਕੋਈ ਚੀਜ਼ ਇੱਥੇ ਰਹਿਣ ਵਾਲੀ ਨਹੀਂ ਹੈ, ਸਭ ਝੂਠ ਦਾ ਪਸਾਰਾ ਹੈ, ਜਿੱਥੋਂ ਤੱਕ ਨਜ਼ਰ ਜਾਂਦੀ ਸਭ ਹੀ ਮਾਇਆ ਹੀ ਮਾਇਆ। ਹੁਣ ਉਹ ਝੂਠੀਆਂ ਚੀਜ਼ਾਂ ਨੂੰ ਸਾਰਿਆਂ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ, ਅਸੀਂ ਗੁਰੂ ਕੋਲ ਜਾਂਦੇ ਹਾਂ, ਅਸੀਂ ਗੁਰੂ ਦਾ ਸਤਸੰਗ ਨੂੰ ਸੁਣਦੇ ਹਾਂ, ਅਸੀਂ ਗੁਰੂ ਕੋਲ ਨਾਮ ਲਿਆਏ, ਅਸੀਂ ਸਿਮਰਨ ਤੇ ਬੈਠਦੇ ਹਾਂ, ਅਸੀਂ ਸਭ ਕੁਝ ਕਰਦੇ ਹਾਂ। ਪਰ ਗੜਬੜ ਦੇ ਉੱਤੇ ਹੋ ਗਈ ਜਿੱਥੇ ਉਹਨਾਂ ਦਾ ਵਚਨ ਹੀ ਨਹੀਂ ਮੰਨਿਆ। ਹੁਣ ਗੁਰੂ ਮਹਾਰਾਜ ਨੇ ਫਰਮਾਇਆ ਕਿ ਕੰਮ ਸਾਰੇ ਕਰਦੇ, ਪਰ ਇਹਨਾਂ ਦੇ ਨਾਲ ਚੰਬੜ ਨਹੀਂ ਜਾਣਾ ਇਹਨਾਂ ਦੇ। ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਫਰਮਾਇਆ ਕਿ ਗਏ ਉਹਨਾਂ ਗੁਰੂ ਉਪਦੇਸ਼, ਗੁਰੂ ਦਾ ਉਪਦੇਸ਼ ਕੀ ਉਹਨੂੰ ਪਹਿਲਾਂ ਸਮਝੀਏ। ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਕੰਮ ਕਾਰ ਛੱਡ ਦਈਏ, ਬੱਚਿਆਂ ਨੂੰ ਛੱਡ ਦਈਏ, ਜਾਂ ਕੋਈ ਦੁਕਾਨਾਂ ਨੌਕਰੀਆਂ ਛੱਡ ਦਈਏ, ਨਹੀਂ, ਸਭ ਕੁਝ ਕਰਨਾ। ਪਰ ਸਭ ਕੁਝ ਕਰਦਿਆਂ ਕਰਾਉਂਦਿਆਂ ਵੀ ਇਸ ਤਰ੍ਹਾਂ ਨੇ ਕਿਹਾ ਕਿ ਹੱਥ ਕਾਰ ਵੱਲ ਚਿੱਤ ਯਾਰੋ। ਚਿੱਤ ਜਿਹੜਾ ਆ, ਧਿਆਨ ਜਿਹੜਾ ਆ, ਉਹ ਹਮੇਸ਼ਾ ਹੀ ਉਹ ਸਤਿਗੁਰਾਂ ਦੇ ਵੱਲ ਰਹੇ। ਹੁਣ ਜਦੋਂ ਅਸੀਂ ਬਾਕੀ ਕੰਮ ਕਰਦੇ ਕਰਦੇ ਉਹ ਭੁੱਲਦੇ ਹਾਂ, ਉੱਥੇ ਗੜਬੜ ਸ਼ੁਰੂ ਹੋ ਜਾਂਦੀ। ਉਹਨਾਂ ਨੇ ਫਰਮਾਇਆ ਕਿ ਸਾਚ ਛਾੜ ਕੇ ਝੂਠ ਲਾਗੇ। ਸੱਚਾ ਸਤਿਗੁਰਾਂ ਦਾ ਕੀ ਹੈ? ਉਹ ਇੱਕ ਨਾਮ। ਹੋਰ ਕੋਈ ਇੱਥੇ ਦੁਨੀਆ 'ਚ ਕੋਈ ਚੀਜ਼ ਜਿਹੜੀ ਹੈ ਸੱਚੀ ਨਹੀਂ ਹੈਗੀ, ਸਭ ਕੁਝ ਹੀ ਝੂਠ ਹੈ, ਸਾਰਾ ਕੁਝ ਹੀ ਨਾਸ਼ ਹੋ ਜਾਣਾ। ਹਰ ਇੱਕ ਚੀਜ਼ ਦੀ ਕਵਦੀ ਹੈ, ਉਸ ਤੋਂ ਬਾਅਦ ਉਹਨੇ ਸਮਾਪਤ ਹੋ ਜਾਣਾ। ਇੱਥੋਂ ਤੱਕ ਸਤਿਗੁਰਾਂ ਨੇ ਫਰਮਾਇਆ ਸੀ ਤਰਲੋਕੀ ਵੀ ਜਿਹੜੀ ਨਾਸ਼ ਹੋ ਜਾਂਦੀ, ਪਰ ਉਹ ਸੱਚਖੰਡ ਜਿਹਨੂੰ ਕਿਹਾ ਹੈ, ਜਿਹਨੂੰ ਆਪਣਾ ਨਿੱਜ ਧਾਮ ਕਿਹਾ ਹੈ, ਨਿੱਜ ਘਰ ਕਿਹਾ ਹੈ, ਉਹ ਨਹੀਂ ਕਦੇ ਨਾਸ਼ ਹੁੰਦਾ। ਇਸ ਕਰਕੇ ਸਤਿਗੁਰੂ ਫਰਮਾਉਂਦੇ ਨੇ ਕਿ ਬਈ ਇਹ ਝੂਠਿਆਂ ਘਰਾਂ ਦੇ ਵਿੱਚੋਂ ਨਿਕਲ ਕੇ ਐਸਾ ਆਪਣਾ ਤਿਆਰੀ ਕਰੀਏ ਕਿ ਆਪਣੇ ਸੱਚੇ ਘਰ ਦੇ ਵਿੱਚ ਪਹੁੰਚੇ। ਜੇ ਉਹ ਕੰਮ ਨਾ ਹੋਇਆ ਤੇ ਫਿਰ ਕਹਿੰਦੇ ਫਾਇਦਾ ਕੀ ਹੋਇਆ? ਇਸ ਲਈ ਫਰਮਾਇਆ ਕਿ ਸਾਚ ਛਾੜ ਕੇ ਝੂਠ ਲਾਗੇ ਉਹ ਜਨਮ ਅਕਾਰਕ ਹੋਏ। ਕਹਿੰਦੇ ਜਿਹੜਾ ਜਨਮ ਇੰਨਾ ਮਹਿੰਗਾ ਮਿਲਿਆ ਸੀ, ਇਸ ਝੂਠੇ ਕੰਮ ਨਾਲ ਹੀ ਲੱਗ ਕੇ ਝੂਠਿਆਂ ਚੀਜ਼ਾਂ ਦੇ ਵਿੱਚ ਹੀ ਫਸ ਗਏ, ਤੇ ਇਹ ਜਨਮ ਜਿਹੜਾ ਸੀ ਆਪਣਾ ਗਵਾ ਲਿਆ। ਸੱਚੇ ਨਾਮ ਦੀ ਖੋਜ ਹੀ ਨਹੀਂ ਕੀਤੀ, ਤੇ ਫਿਰ ਗੁਰੂ ਦਾ ਕੀ ਉਪਦੇਸ਼ ਅਸੀਂ ਮੰਨਦੇ? ਸਤਿਗੁਰਾਂ ਨੇ ਸਾਫ਼ ਹੀ ਫਰਮਾਇਆ, ਕਈ ਵਾਰ ਇਹ ਵਚਨ ਕੀਤੇ ਕਿ ਗੁਰੂ ਇੱਥੇ ਕੋਠੀਆਂ ਕਾਰਾਂ ਦੇਣ ਨਹੀਂ ਆਉਂਦੇ, ਗੁਰੂ ਇੱਥੇ ਮੁੰਡੇ ਕੁੜੀਆਂ ਦੇਣ ਨਹੀਂ ਆਏ, ਗੁਰੂ ਇੱਥੇ ਕੋਈ ਵੀ ਕੰਮ ਐਸਾ ਕੋਈ ਸੰਸਾਰੀ ਕੰਮ ਨਹੀਂ ਕਰਨਾ ਹੈ। ਉਹ ਸਿਰਫ ਇਹ ਸਾਡੀਆਂ ਬੇਨਤੀਆਂ ਸੁਣਦੇ ਨੇ, ਸਭ ਕੁਝ ਦਿੰਦੇ ਵੀ ਨੇ, ਪਰ ਕਾਹਦੇ ਵਾਸਤੇ? ਜਿਸ ਤਰ੍ਹਾਂ ਇੱਕ ਬੱਚੇ ਨੂੰ ਚਲਾਉਣ ਵਾਸਤੇ, ਕਿ ਬਈ ਇਹਦੇ ਵਿੱਚ ਹੀ ਨਾ ਉਲਝਿਆ ਰਵੇ ਕਿ ਚਲੋ ਇਹ ਕੰਮ ਇਹਦਾ ਪੂਰਾ ਹੋਏਗਾ। ਤੇ ਜਿਸ ਤਰ੍ਹਾਂ ਬੱਚਾ ਕਿਵੇਂ ਜਿੱਦ ਕਰਦਾ ਹੈ, ਘਰ 'ਚ ਪੜ੍ਹਦਾ ਨਹੀਂ ਹੈ, ਕੋਈ ਖਿਡੌਣੇ ਦੀ ਜਿੱਦ ਕਰਦਾ ਹੈ, ਕੁਛ ਵੀ ਹੈ, ਤੇ ਮਾਂ ਪਿਓ ਕਹਿ ਦਿੰਦੇ ਨੇ ਜੀ ਘਰ ਨੂੰ ਲੈ। ਕਾਹਦੇ ਵਾਸਤੇ? ਕਿ ਐਵੇਂ ਸਮਾਂ ਬਰਬਾਦ ਨਾ ਜਾਵੇ।
कि जे ਇਹਦਾ ਧਿਆਨ ਇਹਦੇ ਵੱਲ ਲੱਗਾ ਰਹੇਗਾ ਤੇ ਫਿਰ ਪੜ੍ਹਾਈ ਨਹੀਂ ਕਰੇਗਾ। ਚਲੋ ਇਹਨੂੰ ਖਿਡੌਣਾ ਲੈ ਦਿੰਦੇ ਆ ਥੋੜੀ ਦੇਰ ਖੇਡ ਕੇ ਤੇ ਫਿਰ ਆਪਣੇ ਅਸਲੀ ਕੰਮ ਕਰਨਾ। ਲੇਕਿਨ ਜੇ ਬੱਚਾ ਉੱਥੇ ਖਿਡੌਣੇ ਦੇ ਨਾਲ ਹੀ ਖੇਡੀ ਜਾਵੇ, ਸਾਰਾ ਦਿਨ ਰਾਤ ਉਹਨੇ ਖੇਡੀ ਜਾਂਦਾ ਹੈ, ਪੜ੍ਹਾਈ ਵਾਲਾ ਕੰਮ ਹੀ ਨਹੀਂ ਕਰਦਾ, ਜਿਹੜਾ ਕੰਮ ਕਰਨ ਵਾਲਾ ਕਰਦਾ ਹੀ ਨਹੀਂ ਹੈ, ਤੇ ਕਿਸ ਤਰ੍ਹਾਂ ਅੱਗੇ ਵਧੇਗਾ। ਇਸ ਕਰਕੇ ਸਾਧੂ ਜੀ ਨੇ ਫਰਮਾ ਦਿੱਤਾ ਕਿ ਬਈ ਜਿਹੜਾ ਸੱਚ ਹੈ ਉਹਨੂੰ ਅਸੀਂ ਫੜਦੇ ਨਹੀਂ, ਜਿਹੜਾ ਝੂਠ ਹੈ ਉਹਨੂੰ ਅਸੀਂ ਚਮਕਦੇ ਪਏ। ਉਹਦੇ ਜਨਮ ਜਿਹੜਾ ਆ ਇਹ ਲੰਘ ਜਾਂਦਾ ਇਸੇ ਤਰ੍ਹਾਂ। ਉਹ ਜਿਹੜਾ ਸੁਨਹਿਰਾ ਮੌਕਾ ਸਾਨੂੰ ਮਿਲਿਆ ਹੈ ਉਹਦਾ ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਕਦੋਂ ਹੋ ਜਾਂਦਾ। ਹਾਂਜੀ। ਸਾਚ ਛਾੜ ਕੇ ਝੂਠੇ ਲਾਗੇ ਜਨਮ ਕਾਰਥ ਖੋਇਓ ਕਰ ਪਰ ਪੰਚ ਉਦਰ ਨਿਜ ਪੋਖਿਓ ਪਸ਼ੂ ਕੀ ਨਿਆਈ ਸੋਇਓ। ਹੁਣ ਪਸ਼ੂਆਂ ਦੀ ਗੱਲ ਕੀਤੀ ਹੈ, ਜਾਨਵਰਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਕੋਲ ਜੋ ਬੁੱਧੀ ਨਹੀਂ ਹੈ, ਉਹਨਾਂ ਕੋਲ ਜੋ ਕਾਸ਼ਤਾ ਤੋਂ ਜਿਹੜੀ ਸਮਝ ਨਹੀਂ ਬਖਸ਼ੀ, ਤੇ ਇਸ ਕਰਕੇ ਉਹ ਇੱਧਰੋਂ ਸੁੱਤੇ ਪਏ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ। ਉਹ ਆਪਣਾ ਖਾਣ ਪੀਣ ਬੱਚੇ ਪੈਦਾ ਕਰਨ ਦੀ ਜ਼ਿੰਦਗੀ ਉਹਨਾਂ ਦੀ ਬਤੀਤ ਹੋ ਜਾਂਦੀ ਹੈ ਇਸੇ ਤਰ੍ਹਾਂ। ਪਰ ਸਾਨੂੰ ਜਿਹੜਾ ਉਹਨਾਂ ਨੇ ਸਮਝ ਦਿੱਤੀ ਹੈ, ਬੁੱਧੀ ਦਿੱਤੀ ਹੈ, ਇਹਦੀ ਦੁਰਲਭ ਦੇਹ ਦਿੱਤੀ ਹੈ, ਗੁਰੂ ਮਿਲਿਆ ਹੈ, ਅੱਛਾ ਪਰਿਵਾਰ ਮਿਲਿਆ, ਅੱਛਾ ਦੇਸ਼ ਮਿਲਿਆ, ਸਭ ਕੁਝ ਸਾਡਾ ਵਾਤਾਵਰਨ ਜਿਹੜਾ ਵਧੀਆ ਕੀਤਾ ਉਹਨਾਂ ਨੇ, ਇਹਦਾ ਫਾਇਦਾ ਕੀ ਹੋਇਆ? ਕਹਿੰਦੇ ਸਭ ਕੁਝ ਮਿਲ ਵੀ ਗਿਆ ਹੈ, ਪਰ ਅਸੀਂ ਫਿਰ ਉਹ ਜਿਸ ਤਰ੍ਹਾਂ ਪਿੱਛੇ ਉਹਨੇ ਵਜਨ ਫਰਮਾਏ ਕਿ ਉਸ ਝੂਠ ਨਾਲ ਲੱਗੇ ਪਏ। ਮੈਂ ਫਰਮਾਇਆ ਕਿ ਕਰ ਪਰਪੰਚ ਉਧਰ ਨਿਜ ਭੋਖਿਓ, ਕਈ ਤਰ੍ਹਾਂ ਦੇ ਪਖੰਡ ਕਰਕੇ, ਕਈ ਤਰ੍ਹਾਂ ਦੇ ਪ੍ਰਪੰਚ ਕਰਕੇ, ਤੇ ਇਸ ਪੇਟ ਨੂੰ ਭਰਨ ਵਾਸਤੇ ਜਾਂ ਉਸ ਮਾਇਆ ਨੂੰ ਇਕੱਠੀ ਕਰਨ ਵਾਸਤੇ ਕਈ ਤਰ੍ਹਾਂ ਦੇ ਪ੍ਰਪੰਚ ਕਰਦੇ, ਲੇਕਿਨ ਉਸ ਸੱਚੇ ਚੀਜ਼ ਨੂੰ ਭੁੱਲੇ ਪਏ। ਸਤਿਗੁਰਾਂ ਨੇ ਫਰਮਾਉਣਾ ਕਿ ਵੀ ਇਹ ਜਿਹੜਾ ਆਉਣਾ ਜਾਣਾ ਜਾਂ ਇਹ ਚੀਜ਼ਾਂ ਜਿਹੜੀਆਂ ਜੋ ਵੀ ਬਾਹਰ ਦੇ ਭੋਗ, ਇਹ ਵੀ ਉਦੋਂ ਸਫਲ ਹੋ ਜਾਂਦੇ ਨੇ ਜਦੋਂ ਇਹਨੂੰ ਆਪਣਾ ਸੱਚਾ ਘਰ ਮਿਲ ਜਾਂਦਾ, ਇਹਨੂੰ ਆਪਣਾ ਨਿਸ਼ਾਨਾ ਜਿਹੜਾ ਮਿਲ ਜਾਂਦਾ। ਜਿਸ ਤਰ੍ਹਾਂ ਬੰਦਾ ਕੋਈ ਜਾਂਦਾ ਹੈ ਬਾਹਰ ਘੁੰਮ ਕੇ ਕਿਸੇ ਵੀ ਸ਼ਹਿਰ ਦੇ ਵਿੱਚ ਗਿਆ ਹੈ, ਹੁਣ ਉੱਥੇ ਉਹਨੂੰ ਕੰਮ ਹੈ ਕੋਈ, ਕਿਸੇ ਨੂੰ ਤੋਂ ਭੇਜ ਦਿੱਤਾ ਗਿਆ, ਸ਼੍ਰੀਨਗਰ ਭੇਜ ਦਿੱਤਾ ਗਿਆ ਕਿ ਵੀ ਉੱਥੋਂ ਕੋਈ ਚੀਜ਼ ਲੈ ਕੇ ਆਓ, ਕੇਸਰ ਲੈ ਆ ਵਧੀਆ ਜਾਂ ਕੁਛ ਵੀ ਆ, ਉਹ ਦੁਕਾਨ ਵੱਲੋਂ ਮਾਲਕ ਵੱਲੋਂ ਕੋਈ ਡਿਊਟੀ ਲੱਗ ਗਈ। ਹੁਣ ਉਹ ਬੰਦਾ ਲੈਣ ਗਿਆ ਹੈ ਤੇ ਉਹਨੂੰ ਉੱਥੇ ਜਾ ਕੇ ਬੜਾ ਵਧੀਆ ਵਾਤਾਵਰਨ ਲੱਗਾ, ਬੜਾ ਵਧੀਆ ਮੌਸਮ ਹੈ, ਉਹ ਘੁੰਮਣ ਫਿਰਨ ਲੱਗ ਪਿਆ, ਅੱਛਾ ਲੱਗਾ, ਕੋਈ ਪਹਾੜੀਆਂ ਸਭ ਦੇਖਣ ਲੱਗ ਪਿਆ, ਫੋਟੋਆਂ ਖਿਚਾਉਣ ਲੱਗ ਪਿਆ, ਸੈਰ ਕਰਨ ਲੱਗ ਪਿਆ। ਪਰ ਜੇ ਤੇ ਉਹਨੇ ਉਹ ਜਿਹੜਾ ਕੰਮ ਕਰਨ ਆਇਆ ਸੀ ਉਹ ਪਹਿਲਾਂ ਕਰ ਲਿਆ ਤੇ ਵਾਪਸ ਆਉਣ ਤੋਂ ਪਹਿਲਾਂ ਉਹ ਕੰਮ ਉਹਦਾ ਪੂਰਾ ਹੋ ਗਿਆ, ਰਾਤ ਹੋਣ ਤੋਂ ਪਹਿਲਾਂ, ਦੁਕਾਨ ਬੰਦ ਹੋਣ ਤੋਂ ਪਹਿਲਾਂ ਸਾਰੀ ਉਹਨੇ ਕੰਮ ਕਰ ਲਿਆ ਹੈ, ਤੇ ਫਿਰ ਕੋਈ ਗੱਲ ਨਹੀਂ, ਫਿਰ ਘੁੰਮ ਫਿਰ ਵੀ ਗਿਆ ਤੇ ਬਈ ਜਿਹੜਾ ਕੰਮ ਕਰਨ ਆਇਆ ਸੀ ਉਹ ਵੀ ਹੋ ਗਿਆ। ਪਰ ਜੇ ਘੁੰਮਦਿਆਂ ਫਿਰਦਿਆਂ ਉਹਨੂੰ ਆਪਣਾ ਮਕਸਦ ਹੀ ਭੁੱਲ ਗਿਆ ਕਿ ਮੈਂ ਆਇਆ ਕਿੱਧਰ ਹੈ, ਤੇ ਸੋਚੀਏ ਕਿ ਫਿਰ ਉਹਨੇ ਘਾਟੇ ਵਾਲਾ ਸੌਦਾ ਕੀਤਾ ਕਿ ਵਾਧੇ ਵਾਲਾ ਕੀਤਾ। ਇਸੇ ਤਰ੍ਹਾਂ ਹੀ ਅਸੀਂ ਵੀ ਇੱਥੇ ਆਏ ਹਾਂ, ਸਾਨੂੰ ਸਤਿਗੁਰਾਂ ਨੇ ਇੱਥੇ ਜਿਹੜਾ ਜਨਮ ਦਿੱਤਾ ਹੈ ਇਹ ਕਿਸੇ ਹੋਰ ਕੰਮ ਵਾਸਤੇ ਦਿੱਤਾ। ਬਾਕੀ ਬਾਹਰ ਦੇ ਕਰਮ ਨੇ, ਧੀਆਂ ਪੁੱਤਰ ਭੈਣ ਭਰਾ ਮਾਤਾ ਪਿਤਾ ਸਭ ਜਿਹੜੇ ਨੇ ਇਹ ਆਪਣੇ ਆਪਣੇ ਕਰਮਾਂ ਦੇ ਮੁਤਾਬਕ ਸਾਨੂੰ ਮਿਲੇ ਨੇ, ਇਹ ਸਾਰੇ ਫਰਜ਼ ਪੂਰੇ ਕਰਦਿਆਂ ਕਰਾਉਂਦਿਆਂ ਉਸ ਨਾਮ ਦੇ ਨਾਲ ਜੁੜ। ਪਰ ਬਾਕੀ ਚੀਜ਼ਾਂ ਨੂੰ ਅਸੀਂ ਭੁੱਲ ਕੇ ਸਿਰਫ ਉਹਦੇ ਉਸ ਜਾਲ ਦੇ ਵਿੱਚ ਫਸ ਕੇ ਹਰ ਵੇਲੇ ਉਸੇ ਹੀ ਆਪਣਾ ਪੇਟ ਬਾਰੇ ਸੋਚਦੇ ਰਹੇ, ਉਹਦੇ ਜਿੰਨੀਆਂ ਚੀਜ਼ਾਂ ਭਰਨ ਵਾਸਤੇ, ਪੇਟ ਭਰਨ ਵਾਸਤੇ ਜਾਂ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਕੁਛ ਨਾ ਕੁਛ ਕਰਦੇ ਰਹਿੰਦੇ, ਕਈ ਤਰ੍ਹਾਂ ਦੇ ਝੂਠ ਸੱਚ ਕਈ ਕੁਛ ਬੋਲਦੇ ਆ, ਪਾਪ ਸਿਰ ਤੇ ਚੜਾਈ ਜਾਂਦੇ ਆ, ਪਰ ਉਹ ਅਸਲੀ ਕੰਮ ਉਹ ਨਹੀਂ ਸਮਝਾ ਰਹੇ। ਹਜੇ ਅਸਲੀ ਕੰਮ ਯਾਦ ਹੋਵੇ ਨਾਲ ਤੇ ਸਤਿਗੁਰਾਂ ਨੇ ਫਰਮਾਇਆ ਕਿ ਬਈ ਇਹ ਇਹਨਾਂ ਚੀਜ਼ਾਂ ਦੀ ਵੀ ਕੋਈ ਕੀਮਤ ਪੈ ਨਹੀਂ। ਗੁਰਮੁਖ ਸ਼ਾਸਤਰ ਨੇ ਫਰਮਾਇਆ ਸੀ ਕਿ ਸਤਿਗੁਰਾਂ ਦਾ ਨਾਮ ਜਿਹੜਾ ਹੈ ਉਹ ਏਕਾ ਹੈ, ਬਾਕੀ ਸਾਰੇ ਕੰਮ ਜਿਹੜੀਆਂ ਨੇ ਜਿੰਨੇ ਵੀ ਅਸੀਂ ਕਰਦੇ ਪਏ ਹਾਂ ਜ਼ੀਰੋ। ਜੇ ਤੇ ਨਾਮ ਵਾਲਾ ਏਕਾ ਨਾਲ ਲੱਗ ਗਿਆ
ਤੇ ਇਹ ਇਹਨਾਂ ਦੀ ਕੀਮਤ ਪੈ ਜਾਏਗੀ। ਇੱਕ ਇਹਦੇ ਨਾਲ 1 ਜ਼ੀਰੋ ਲੱਗ ਗਈ 10 ਬਣ ਗਿਆ, 2 ਜ਼ੀਰੋ ਲੱਗ ਗਈਆਂ 100 ਬਣ ਗਿਆ, 3 ਜ਼ੀਰੋ ਲੱਗ ਗਈਆਂ 1000 ਬਣ ਗਿਆ। ਜ਼ੀਰੋ ਦਾ ਉਹਦਾ ਕੋਈ ਮੁੱਲ ਨਹੀਂ ਹੈਗਾ, ਪਰ ਨਾਮ ਵਾਲਾ ਏਕਾ ਨਾਲ ਲੱਗ ਗਿਆ ਤੇ ਇਹਨਾਂ ਸਾਰੀਆਂ ਜ਼ੀਰੋ ਦਾ ਮੁੱਲ ਪੈ ਗਿਆ। ਇਸ ਕਰਕੇ ਬਣਾਉਂਦੇ ਨੇ ਕਿ ਬਈ ਆਪਣਾ ਅਸਲੀ ਮਕਸਦ ਨਾ ਭੁੱਲੀਏ। ਜਿਹੜੇ ਕੰਮ ਕਰਨ ਵਾਸਤੇ ਆਏ ਆ, ਜਿਸ ਕੰਮ ਵਾਸਤੇ ਸਤਿਗੁਰਾਂ ਨੇ ਜਨਮ ਬਖਸ਼ਿਆ ਹੈ, ਉਹ ਕੰਮ ਪਹਿਲਾਂ ਕਰ ਲਈਏ, ਉਹਦੀ ਹੋਸ਼ ਰੱਖੀਏ। ਬਾਕੀ ਕੰਮ ਸਾਰੇ ਆ ਇਹ ਸਾਰੇ ਸਫਲ ਹੋਣ। ਹਾਂਜੀ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬੇਤਾਨਾ। ਉਹ ਕਹਿੰਦੇ ਨੇ ਰਾਮ ਭਜਨ ਕੀ ਗਤ ਨਹੀਂ ਜਾਣੀ। ਸਾਨੂੰ ਉਸ ਤੇ ਕਦੀ ਵੀ ਵਿਸ਼ਵਾਸ ਹੀ ਨਹੀਂ ਹੁੰਦਾ, ਭਰੋਸਾ ਹੀ ਨਹੀਂ ਹੁੰਦਾ। ਬਾਕੀ ਕੰਮ ਜਿਹੜੇ ਅਸੀਂ ਆਪਣੇ ਹੱਥੀਂ ਕਰਦੇ ਹਾਂ, ਜੋ ਅਸੀਂ ਬਣਾਉਂਦੇ ਹਾਂ ਕਰਦੇ, ਇਹਨਾਂ ਦਾ ਤਾਂ ਵਿਸ਼ਵਾਸ ਹੈਗਾ ਹੈ। ਪਰ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਕਿ ਜੋ ਸਤਿਗੁਰਾਂ ਨੇ ਵਚਨ ਕੀਤੇ ਨੇ ਉਹਦੇ ਉੱਤੇ ਸਾਨੂੰ ਵਿਸ਼ਵਾਸ ਹੈ। ਉਸ ਨਾਮ ਤੇ, ਉਸ ਭਜਨ ਤੇ, ਉਸ ਸਿਮਰਨ ਤੇ ਸਾਨੂੰ ਲੱਗਦਾ ਹੈ ਕਿ ਇਹ ਫਾਲਤੂ ਕੰਮ ਨਹੀਂ ਹੈ। ਹੁਣ ਅੱਜ ਜਿਸ ਤਰ੍ਹਾਂ ਹੋਲੀ ਦਾ ਦਿਨ ਹੈ, ਬੜੇ ਲੋਕ ਨੇ ਜਿਹੜੇ ਉਹਨੂੰ ਮਨਾਉਂਦੇ ਨੇ। ਹਰ ਇੱਕ ਪ੍ਰਾਂਤ ਦੇ ਵਿੱਚ ਅਲੱਗ-ਅਲੱਗ ਉਹਦੇ ਰੀਤੀ ਰਿਵਾਜਾਂ ਮੁਤਾਬਕ ਕੀਤਾ ਜਾਂਦਾ ਹੈ। ਪਰ ਚਲੋ ਅਸੀਂ ਆਪਣੇ ਜਿਹੜੀ ਸੰਤ ਮਤ ਦੇ ਵਿੱਚ ਸਹਾਇਤਾ ਲੈਣ ਵਾਸਤੇ ਜਿਹੜੀ ਚੀਜ਼ ਕਿਸੇ ਚੀਜ਼ ਚੋਂ ਨਿਕਲਦੀ ਹੈ ਅਸੀਂ ਉਹਨੂੰ ਦੇਖਦੇ ਹਾਂ। ਹੁਣ ਉਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਹੈ ਕਿ ਇੱਕ ਭਗਤ ਤੇ ਇੱਕ ਜਿਹੜਾ ਸੀ ਮਾਇਆ ਦੇ ਵਿੱਚ ਜਿਹੜਾ ਉਲਝਿਆ ਹੋਇਆ ਬੰਦਾ ਹੈ, ਦੋਨਾਂ ਦੀ ਉਹਨਾਂ ਦੀ ਕਹਾਣੀ ਨਹੀਂ ਸਾਰ ਦੱਸੀ ਕਿ ਇੱਕ ਭਗਤ ਸੀ ਜਿਹੜੇ ਪ੍ਰਹਲਾਦ ਜੀ, ਉਹਨਾਂ ਨੂੰ ਆਪਣੇ ਉਸ ਰਾਮ ਤੇ, ਉਸ ਭਗਵਾਨ ਤੇ, ਪਰਮੇਸ਼ਵਰ ਦੇ ਵਿਸ਼ਵਾਸ ਸੀ। ਉਹਨੂੰ ਸੀ ਕਿ ਉਸ ਤੋਂ ਵੱਡਾ ਕੋਈ ਨਹੀਂ ਹੈਗਾ। ਦੂਸਰੇ ਤਰਫ ਉਹਦਾ ਜਿਹੜਾ ਪਿਤਾ ਸੀ, ਉਹਨੂੰ ਇਹ ਸੀ ਕਿ ਬਈ ਮੇਰੇ ਕੋਲ ਇੰਨਾ ਬਲ ਹੈ, ਮੈਨੂੰ ਇੰਨੇ ਵਰ ਮਿਲੇ ਨੇ ਤੇ ਬਈ ਸਭ ਤੋਂ ਵੱਡਾ ਤੇ ਮੈਂ ਹੀ। ਇਸੇ ਤਰ੍ਹਾਂ ਜੀਵਨ ਦੇ ਵਿੱਚ ਚੱਲਦੇ ਹਾਂ, ਕਈ ਵਾਰੀ ਸਾਡੇ ਕੋਲ ਬੜੀਆਂ ਸ਼ਕਤੀਆਂ, ਜਿਸ ਤਰ੍ਹਾਂ ਉਹਨੂੰ ਪੁਰਾਣੇ ਹੀ ਕਹਿ ਦਿੰਦੇ ਫਲਾਣੇ ਨੂੰ ਇਹ ਵਰ ਸੀ, ਇਹ ਵਰ ਸੀ। ਇਸੇ ਤਰ੍ਹਾਂ ਸਾਡੇ ਕੋਲ ਵੀ ਕਈ ਸ਼ਕਤੀਆਂ ਸਤਿਗੁਰੂ ਸਾਨੂੰ ਬਖਸ਼ਦੇ, ਤਾਕਤ ਬਖਸ਼ਦੇ ਨੇ, ਸਰੀਰ ਬਖਸ਼ਦੇ ਨੇ, ਮਾਇਆ ਬਖਸ਼ ਦਿੰਦੇ ਨੇ, ਘਰ ਬਾਰ ਅੱਛਾ ਬਖਸ਼ ਦਿੰਦੇ ਨੇ, ਅੱਛਾ ਪਰਿਵਾਰ, ਸਭ ਕੁਛ ਹੋ ਜਾਂਦਾ। ਤੇ ਇਹਨਾਂ ਚੀਜ਼ਾਂ ਦਾ ਵੀ ਕਈ ਵਾਰੀ ਸਾਡੇ ਮਨ 'ਚ ਗੁਮਾਨ ਹੋਣਾ ਸ਼ੁਰੂ ਹੋ ਜਾਂਦਾ ਕਿ ਬੁਖਲਾ ਜਾਂਦੇ ਹਾਂ ਕਿ ਸ਼ਾਇਦ ਇਹੋ ਹੀ ਚੀਜ਼ਾਂ ਰਹਿਣ ਵਾਲੀਆਂ। ਉਹਦੇ ਵਿੱਚ ਹੀ ਅਸੀਂ ਇੰਨਾ ਉਲਝਦੇ ਜਾਂਦੇ ਹਾਂ, ਦਿਨੋਂ ਦਿਨ ਉਲਝਦੇ ਜਾਂਦੇ ਹਾਂ ਕਿ ਆਪਣਾ ਅਸਲੀ ਮਕਸਦ ਜਿਹੜਾ ਭੁੱਲ ਜਾਂਦਾ। ਇਸੇ ਤਰ੍ਹਾਂ ਹੀ ਉਹਨਾਂ ਨੇ, ਪ੍ਰਹਲਾਦ ਨੇ ਆਪਣੇ ਸਤਿਗੁਰਾਂ ਦੇ ਪ੍ਰਤੀ ਜੋ ਉਹਦਾ ਨਿਸ਼ਠਾ ਸੀ, ਜੋ ਉਹਦਾ ਵਿਸ਼ਵਾਸ ਭਰੋਸਾ ਸੀ, ਉਹ ਦਿਨੋਂ ਦਿਨ ਵੱਧਦਾ ਪਿਆ ਸੀ। ਉਹਦੇ ਪਿਤਾ ਨੇ ਉਹਨਾਂ ਨੂੰ ਸਕੂਲ ਭੇਜਿਆ ਪੜ੍ਹਨ ਵਾਸਤੇ। ਉੱਥੇ ਵੀ ਉਹਦੇ ਟੀਚਰ ਨੇ ਉਹਨਾਂ ਨੂੰ ਕਿਹਾ ਕਿ ਬਈ ਬਾਕੀ ਚੀਜ਼ਾਂ ਪੜ੍ਹਾ ਕੇ ਤੇ ਜਿਸ ਤਰ੍ਹਾਂ ਪ੍ਰਾਰਥਨਾ ਕਰਵਾਉਂਦੇ ਆ ਜੋ ਵੀ, ਤੇ ਸਟਾਰਟਿੰਗ ਕਰਵਾਉਣ ਲੱਗੇ ਤੇ ਕਹਿਣ ਲੱਗੇ ਕਿ ਆਪਣੇ ਪਿਤਾ ਵੱਲੋਂ ਦਾ ਜੋ ਹਰਨਾਕਸ਼ੇ ਸੀ ਉਹਨਾਂ ਵੱਲੋਂ ਕਿ ਉਹਦਾ ਨਾਮ ਦਾ ਕਹਿੰਦਾ ਉਹਦਾ ਕਾਹਦੇ ਵਾਸਤੇ? ਕਹਿੰਦੇ ਉਹ ਮੇਰੇ ਪਿਤਾ ਜੀ ਨੇ ਆਗਿਆ, ਉਹਨਾਂ ਦਾ ਮਾਤਰ ਕਰਨਾ ਸਭ ਕੁਛ ਹੈ ਤੇ ਮੈਂ, ਪਰ ਉਹਨਾਂ ਦਾ ਨਾਮ ਜਿਹੜਾ ਆ ਉਹ ਵੀ ਨਾਸ਼ ਹੋਣ ਵਾਲਾ ਹੈ। ਤੇ ਜਿਹੜਾ ਸਭ ਦਾ ਪਾਲਣ ਪਾ ਜਿਹਨਾਂ ਨੇ ਉਹਨਾਂ ਨੂੰ ਵੀ ਪੈਦਾ ਕੀਤਾ, ਜਿਹਨੇ ਮੈਨੂੰ ਵੀ ਪੈਦਾ ਕੀਤਾ, ਜਿਹਨੇ ਤੁਹਾਨੂੰ ਵੀ ਪੈਦਾ ਕੀਤਾ ਹੈ, ਮੈਂ ਤਾਂ ਉਸ ਦਾ ਨਾਮ ਜਪਦਾ। ਚਲੋ ਅਸੀਂ ਕਈ ਵਾਰੀ ਇਹ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਹਦੇ ਪਿਤਾ ਨੂੰ ਪਤਾ ਲੱਗਾ, ਉਹਨੂੰ ਬੜਾ ਮਨ ਦੇ ਵਿੱਚ ਆਇਆ ਕਿ ਮੈਂ ਐਡਾ ਵੱਡਾ ਰਾਜਾ, ਸਾਰੀ ਪ੍ਰਜਾ ਮੈਨੂੰ ਮੰਨਦੀ ਹੈ, ਸਾਰੇ ਮੇਰੇ ਅੱਗੇ ਸਿਰ ਝੁਕਾਉਂਦੇ ਨੇ, ਮੇਰਾ ਨਾਮ ਜਪਦੇ ਨੇ, ਤੇ ਮੇਰਾ ਪੁੱਤਰ ਹੀ ਇਸ ਤਰ੍ਹਾਂ ਕਰਨ ਲੱਗਾ। ਉਹਨਾਂ ਦੇ ਉਹਦੇ ਮਨ 'ਚ ਆਇਆ ਕਿ ਬਈ ਜੇ ਇਹ ਗੱਲ ਬਾਹਰ ਨਿਕਲੀ ਤੇ ਬਈ ਰਾਜ 'ਚ ਹੋਰ ਵੀ ਵਿਦਰੋਹ ਫੈਲੇਗਾ, ਹੋਰ ਵੀ ਮੇਰੇ ਹੱਥੋਂ ਸਾਰੇ ਲੋਕ ਨਿਕਲਣਗੇ। ਤੇ ਉਹਨੇ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮਰਵਾ ਦੇ। ਪਹਿਲਾਂ ਉਹਨੂੰ ਬੜੀ ਤਰ੍ਹਾਂ ਡਰਾਉਣ ਦੀ, ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਗੱਲ ਬਣੀ ਤੇ ਉਹਨਾਂ ਨੇ ਉਹਨਾਂ ਨੂੰ ਕਹਿੰਦੇ ਕਿ ਆਪਣੇ ਸੈਨਿਕਾਂ ਨੂੰ ਕਹਿ ਕੇ ਤੇ ਉੱਪਰੋਂ ਪਹਾੜੀ ਨੂੰ ਥੱਲੇ ਸਰਵਾਇਆ। ਕਈ ਵਾਰੀ ਯਤਨ ਕੀਤਾ ਪਰ ਉਹ ਨਹੀਂ ਗੱਲ ਬਣੀ। ਫਿਰ ਉਹਨੂੰ ਦਰਿਆ ਦੇ ਵਿੱਚ ਸੁੱਟਿਆ ਗਿਆ ਤਾਂ ਵੀ ਨਹੀਂ ਉਹ ਕੋਈ ਦਾ ਨੁਕਸਾਨ ਕਰ ਸਕਦਾ। ਮਤਲਬ ਕਿ
अलग अलग तरह की कोशिशें की, हाथी के अगे भी सुटिया, इतिहास के दसिया उन्होंने, पर कोई नुकसान उसका नहीं हुआ, क्योंकि उन्होंने उस अपने प्रभु से विश्वास, सच्चा विश्वास से, सच्चा भरोसा से, कोई उतों उपर वाला नहीं। हिरदे के जो परमेश्वर आ गया, सतगुर आ गया, तो फिर डर का डर आ गया। सतगुਰਾਂ ने फरमाया ਸੀ कि गुरु का डर आ गया तो बाकी सारे डर ਨੂੰ ਫਿਰ ਮਾਰ। इस तरह ही जो कुछ नहीं सरिया तो फिर उन्होंने जी भैन सी जिसका नाम से होलिका, उन्होंने भी वार सी कि वो अग के नहीं सी, मतलब उन्होंने अग जी साड़ नहीं सी सकती। फिर उन्होंने सद्या गया, उन्होंने सद के उन्हें कहते कि वो बिठा के वो गोदी च उन्हें कहा कि मैं अपनी गोद च लैके बैठ जानी हाँ, तो मैनू तो वारिया। उन्होंने कोई ऐसी कोई जिस तरह कोई चीज़ा मिलिया, कोई चादर या कोई शॉल से वो को जोड़ा कहते हैं कि उपर लै लेंदी सी, आके उसका नुकसान नहीं सी करना। जो भी इतिहास है, मतलब कि कुछ दसिया गया कि उन्होंने इन्ना अपमान से उन्होंने अग ने जला दिता, तो जो प्रहलाद भगत से जो छोटा जहा बच्चा से मासूम, उन्होंने अग को वासा जगह कुछ बुला हम काहदे वास्ते ये कहानियां जो साखियां ने काहदे वास्ते बनिया, तो सानू उस विश्वास करने वास्ते। फिर जो उन्होंने तब के खंभे के नाल उन्होंने कहा गया कि उन्होंने जफ्फी पा के जे ये भी भगवान के दिन जिसको कहना हर टाइम भगवान है, फिर ये भी भगवान होएगा, कहता हाँ ये भी है। एक छोटा जहा बच्चा, तो देखो कितना विश्वास, लोहे का खंभा है, तपदा पिया, लाल जरा लाटा निकलदियां पिया। वो पिता कहने लगा कि तू कहना है कि हर थां ते मेरा भगवान है, हर थां ते वो है, तो बई फिर ये भी होएगा। वो कहता हाँ है, कहना फिर इनू भी उदा तो कहना कि मैं बड़ा वो नज़दीक आ, मैं फिर ये भी इनू भी जफ्फा पा के इनू मिलना। तो किस तरह वो जी नरसिंह रूप धार के वो प्रगट होए, तो सारा उन्होंने जो काम मतलब की सी कि असीं त्यौहार कोई भी, चाहे दिवाली, चाहे दशहरा, चाहे कोई भी चीज़ असीं मनाउने, मैं हर बारी कहना है कि वो बारे असीं समझिए। गल वो बाहर के रंग की नहीं है, रंग उस नाम वाला रंग है, वो प्रेम वाले रंग की गल। जो नाम का रंग किसी को चढ़ गया, वो फिर उतरेगा कभी, फिर इन्हें बाहर के जो रंगा फिक्या की कोई अहमियत नहीं रह। उन्होंने असली रंग लगा सी, वो भावें अग च पाया, भावें पानी सुटिया, कि होया, वो फिक्का नहीं गया। बस उस वास्ते असीं बेनती करते, वो वास्ते ही हमेशा वो वास्ते पुकार होंगी, वो वास्ते अर्ज होंगी है कि जिस तरह वो शब्द बोले थे कि सतगुर पिया मेरे रंग दो चुनरी, ऐसा रंग रंगो रंगना उतरे दो भी दोए चाहे सारी उम्र। सारी उम्र भी तो होंदा रहे, सारी उम्र का मतलब कि सारी उम्र दुख सुख आते रहन, पर वो नाम का रंग कभी उतरे फिर तो है रंग। तो जे इस नाल ही उतार चढ़ाव कभी वो आ गया, कभी वो चला गया, कभी कुछ आ, इसका मतलब अजे सच्चा वो चीज़ थी सानू भी जी उतों तक अभी नहीं पहुँची, इस करके वो चीज़ा हो। तो उन्होंने फरमाया कि राम भजन की गत नहीं जानी, माया हाथ बेगाना। हाँ जी, उरज रहे हो बिखेन संग पौरा, नाम रतन बेसराना, रहे उरज लियो बखियां संग पौड़ा, नाम रतन बिसराना। ये मुंझल संसारी जिहड़ियां चीज़ां की मुंझलों के व्यक्ति फसे अपना जीवन कट लिया। ये सारे है कि नहीं, दुख सुख ही नहीं, ये सिर्फ उस काल का एक प्रपंच है, माया जाल है वह कि सानू दुखों सुखों च उलझा के साडा जिहड़ा कीमती टाइम है उन्होंने बाहर कट लिया।
ਕਿ ਕਿਸੇ ਤਰ੍ਹਾਂ ਵੀ ਇਹਨਾਂ ਦਾ ਕੀਮਤੀ ਟਾਈਮ ਜਿਹੜਾ ਹੈ ਹੱਥੋਂ ਨਿਕਲ ਜਾਵੇ, ਜਿਹੜਾ ਮੌਕਾ ਇਹਨੂੰ ਮਿਲਿਆ ਉਹ ਨਿਕਲ ਜਾਵੇ, ਤੇ ਫਿਰ ਇਹਨੇ ਕਰ ਵੀ ਕੀ ਲੈਣਾ, ਜਿਹਨੂੰ ਹੋਸ਼ ਆ ਵੀ ਗਈ ਕੀ ਕਰੇ। ਉਹਦੇ ਵਾਸਤੇ ਸਾਨੂੰ ਫਰਮਾ ਰਹੇ ਨੇ ਕਿ ਉਹਦੇ ਵਿੱਚ ਹੀ ਅਸੀਂ ਉਲਝ ਕੇ ਆਪਣਾ ਜਿਹੜਾ ਆ ਨਾਮ ਰਤਨ ਜਿਹੜਾ ਆ ਉਹਨੂੰ ਵਿਸਰਾ ਕੇ ਤੇ ਅਸੀਂ ਘਾਟੇ ਵਾਲਾ ਸੌਦਾ ਕਰ ਰਹੇ ਹਾਂ। ਅੱਗੇ ਫਰਮਾਇਆ ਰਹੇ ਉਹ ਅਚੇਤ ਨਾ ਚੇਤਿਓ ਭੋਗਤ ਬਿਰਥਾ ਔਦਸਰਾ, ਕਿ ਅਚੇਤ ਜਿਸ ਤਰ੍ਹਾਂ ਇੱਕ ਬੰਦਾ ਬੇਹੋਸ਼ ਹੁੰਦਾ ਹੈ, ਗਾਫਲ ਹੁੰਦਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਕੀ ਰਿਹਾ। ਕਹਿੰਦੇ ਅਸੀਂ ਸਾਰੀ ਉਮਰ ਹੀ ਆਪਣੇ ਜਿਸ ਤਰ੍ਹਾਂ ਬੇਹੋਸ਼ੀ ਦੇ ਆਲਮ ਦੇ ਵਿੱਚ ਹੀ ਕੱਢ ਦਿੰਦੇ ਹਾਂ ਤੇ ਪਤਾ ਹੀ ਨਹੀਂ ਲੱਗਦਾ ਸਾਨੂੰ ਕਿ ਸਾਡਾ ਜਿਹੜਾ ਐਡਾ ਕੀਮਤੀ ਸਮਾਂ ਕਿੱਦਾਂ ਨਿਕਲ ਗਿਆ। ਬੜੇ ਬੰਦੇ ਨੇ ਕਈ ਵਾਰੀ ਦੱਸਿਆ ਹੈ ਕਿ ਜਦੋਂ ਸਾਰਾ ਟਾਈਮ ਲੰਘ ਜਾਂਦਾ ਫਿਰ ਉਹ ਕਹਿੰਦੇ ਨੇ ਕਿ ਬਈ ਭਜਨ ਸਿਮਰਨ ਨਹੀਂ ਕੀਤਾ, ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਨਹੀਂ ਹੋਈ, ਸਾਰੀ ਉਮਰ ਲੰਘ ਗਈ, ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਤਾਂ ਸਤਿਗੁਰਾਂ ਨੇ ਫਰਮਾਇਆ ਕਿ ਜਦੋਂ ਵੀ ਖਬਰ ਲੱਗ ਜੇ ਉਦੋਂ ਹੀ ਕੋਸ਼ਿਸ਼ ਕਰੇ, ਆਪਣੇ ਸਤਿਗੁਰਾਂ ਦੇ ਅੱਗੇ ਅਰਜ਼ ਕਰੇ, ਬੇਨਤੀ ਕਰੇ, ਉਦੋਂ ਹੀ ਲੱਗ ਜਾਏ। ਕਹਿੰਦੀ ਜੁਗੋ ਜੁਗ ਸੰਤਨ ਨੇ ਕਹੀ ਜਬ ਜੀਵ ਮਾਨੇ ਤਬੀ ਸਹੀ, ਜਦੋਂ ਵੀ ਅਸੀਂ ਸੱਚੇ ਦਿਲ ਦੇ ਨਾਲ ਮੰਨਦੇ ਹਾਂ ਆਖਰੀ ਵਕਤ ਵੀ ਉਹ ਕਹਿੰਦੇ ਕਿ ਉਹਨੂੰ ਯਾਦ ਆ ਜਾਂਦਾ ਜੇ ਸੱਚੇ ਮਨ ਨਾਲ ਇਹ ਬੇਨਤੀ ਕਰੇ ਤਾਂ ਸਤਿਗੁਰ ਤਾਂ ਵੀ ਇਹਨੂੰ ਛੱਡ ਦੇਵੇ। ਹਾਂਜੀ ਰਹੇ ਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ। ਹੁਣ ਇਹਦਾ ਹੱਲ ਕੀ ਹੈ? ਸੌਖਾ ਕਿੰਨਾ ਹੱਲ ਸਤਿਗੁਰਾਂ ਨੇ ਦੱਸਿਆ। ਜਿਸ ਤਰ੍ਹਾਂ ਸਤਿਗੁਰਾਂ ਨੇ ਫਰਮਾਇਆ ਸੀ ਸਤਿਗੁਰੂ ਸ਼ਰਨ ਗਹੋ ਮੇਰੇ ਪਿਆਰੇ ਕਰਮ ਜੁਗਾਤ ਚੁਕਾਏ। ਇਸ ਕਰਮਾਂ ਦਾ ਚੱਕਰ ਇਸ ਤਰ੍ਹਾਂ ਕਾਲ ਨੇ ਇੰਨਾ ਉਲਝਾਇਆ ਹੈ ਕਿ ਚਾਹ ਕੇ ਵੀ ਅਸੀਂ ਉਸ ਤੋਂ ਨਹੀਂ ਨਿਕਲ ਪਾਉਂਦੇ। ਜਿੰਨੀ ਕੋਸ਼ਿਸ਼ ਕਰਦੇ ਹਾਂ ਉਹਨੇ ਹੋਰ ਦਲਦਲ 'ਚ ਫਸਦੇ ਹਾਂ। ਹੁਣ ਸਤਿਗੁਰਾਂ ਨੇ ਅੱਗੇ ਬੇਨਤੀ ਕੀਤੀ, ਅਰਦਾਸ ਕੀਤੀ ਹੈ ਕਿ ਕਹੋ ਨਾਨਕ ਹਰ ਬਿਰਧ ਪਛਾਣ। ਇਹ ਸਤਿਗੁਰ ਜੀ ਦਇਆ ਕਰੋ, ਕਿਰਪਾ ਕਰੋ, ਤੁਸੀਂ ਆਪਣੇ ਬਿਰਧ ਵੱਲ ਦੇਖੋ, ਸਾਡੇ ਵੱਲ ਨਾ ਦੇਖੋ, ਸਾਡੀ ਹਾਲਤ ਨਾ ਦੇਖੋ। ਅਸੀਂ ਕੁਝ ਕਰਨਾ ਹੁੰਦਾ ਤੇ ਅਸੀਂ ਕਦੋਂ ਦਾ ਕਰ ਲੈਣਾ, ਜੇ ਅਸੀਂ ਨਿਕਲਣਾ ਹੁੰਦਾ ਅਸੀਂ ਕਦੋਂ ਦਾ ਨਿਕਲ ਜਾਣਾ ਸੀ ਇਸ ਮਾਇਆ ਜਾਲ। ਸਾਡੇ ਕੀਤਿਆਂ ਕੁਛ ਨਹੀਂ ਹੋਣਾ। ਸਤਿਗੁਰ ਜੀ ਤੁਸੀਂ ਕਿਰਪਾ ਕਰਨਾ। ਫਰਮਾਇਆ ਕਹੋ ਨਾਨਕ ਹਰ ਬਿਰਧ ਪਛਾਣੋ ਭੁੱਲੇ ਸਦਾ ਪੁਰਾਣੇ। ਕਹਿੰਦੇ ਅਸੀਂ ਤਾਂ ਸਦਾ ਹੀ ਭੁੱਲੇ ਪਏ, ਕੋਈ ਹੁਣ ਨਹੀਂ ਭੁੱਲੇ, ਜੁਗਾਂ ਤੋਂ ਹੀ ਭੁੱਲੇ, ਹਮੇਸ਼ਾ ਹੀ ਭੁੱਲਦੇ ਰਹਿੰਦੇ ਹਾਂ। ਇਸ ਕਰਕੇ ਸਾਡੇ ਵੱਲ ਨਾ ਦੇਖੋ, ਨਾ ਆਪਣੀ ਕਿਰਪਾ ਵੱਲ ਦੇਖੀ, ਸਾਡੇ ਔਗਣ ਨਾ ਦੇਖੀ, ਆਪਣੀ ਕਿਰਪਾ ਵੱਲ ਕਿ ਸਾਡੇ ਔਗਣ ਨਾ ਦੇਖਿਓ ਸਤਿਗੁਰੂ ਜੀ। ਜੇ ਸਾਡੇ ਔਗਣ ਦੇਖਦੇ ਰਹੋਗੇ ਤੇ ਫਿਰ ਤਾਂ ਅਸੀਂ ਕਦੀ ਵੀ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਪਿੱਛੇ ਜਿਸ ਤਰ੍ਹਾਂ ਸਾਰੇ ਬਚਨ ਆਏ ਨੇ ਤੇ ਕੋਈ ਚਾਹੁੰਦਾ ਨਹੀਂ ਹੈ, ਗੁਰੂਆਂ ਨੇ ਫਰਮਾਇਆ ਸੀ ਕੋਈ ਸਿੱਖ ਨਹੀਂ ਚਾਹੁੰਦਾ ਕਿ ਮੈਂ ਗੁਰੂ ਦਾ ਬਚਨ ਨਾ ਮੰਨਾਂ, ਕੋਈ ਸਿੱਖ ਨਹੀਂ ਚਾਹੁੰਦਾ ਕਿ ਮੈਂ ਗੁਰੂ ਦੀ ਗੋਲ ਚੋਂ ਥੱਲੇ ਉਤਰ ਜਾਵਾਂ। ਲੇਕਿਨ ਨਾ ਚਾਹੁੰਦੇ ਹੋਇਆ ਵੀ ਸਭ ਕੁਛ ਹੁੰਦਾ। ਲੇਕਿਨ ਇਹਦੇ ਵਾਸਤੇ ਜਿਹੜਾ ਪਹਿਲਾ ਬਚਨ ਆਇਆ ਸੀ ਕਿ ਮਨ ਦੇ ਦੇਵ ਨਾ ਗੁਰੂ ਉਪਦੇਸ਼, ਸਤਿਗੁਰਾਂ ਨੇ ਬੜੇ ਮਾਨ ਨਾਲ ਇਹ ਵਚਨ ਫਰਮਾਏ ਸੀ। ਧਿਆਨਪੁਰ ਸਾਹਿਬ ਵਚਨ ਫਰਮਾਏ ਸੀ ਕਿ ਬਈ ਜਿੰਨਾ ਮਾਣ ਕਰੋਗੇ ਮੈਂ ਓਨਾ ਹੀ ਭਰਾ। ਕੋਈ ਕਿਸੇ ਚੀਜ਼ ਦੀ ਗੱਲ ਨਹੀਂ ਕੀਤੀ, ਨਾ ਭਜਨ ਸਿਮਰਨ ਦੀ ਗੱਲ ਕੀਤੀ, ਨਾ ਕੋਈ ਤਪੱਸਿਆ ਦੀ ਗੱਲ ਕੀਤੀ, ਨਾ ਦਾਨ ਪੁੰਨ ਦੀ ਗੱਲ ਕੀਤੀ। ਇੱਕੋ ਹੀ ਵਚਨ ਫਰਮਾਇਆ ਕਿ ਜਿੰਨਾ ਮਾਣ ਕਰੋਗੇ ਮੈਂ ਓਨਾ ਹੀ ਭਰਾ। ਤਾਂ ਹੁਣ ਮਾਣ ਆਵੇ ਕਿਸ ਤਰ੍ਹਾਂ? ਗੁਰੂ ਦਾ ਸਾਨੂੰ ਪਤਾ ਹੈ ਕਿ ਗੁਰੂ ਨਾਮ ਕਿਹਦਾ ਹੈ, ਕਿਹਨੂੰ ਗੁਰੂ ਕਹਿੰਦੇ ਨੇ, ਕਿਉਂਕਿ ਉਹਦੇ ਨਾਲ ਕਦੀ ਵਾਹ ਨਹੀਂ ਪਿਆ, ਕਦੀ ਉਹਦੇ ਨਾਲ ਵਾਸਤਾ ਨਹੀਂ ਪਿਆ। ਇਸ ਤਰ੍ਹਾਂ ਦਾ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਭਰੋਸਾ ਨਹੀਂ ਹੁੰਦਾ। ਆਪਣੇ ਬਾਕੀ ਚੀਜ਼ਾਂ ਦੇ ਉੱਤੇ ਸਾਨੂੰ ਮਾਣ ਹੁੰਦਾ ਹੈ। ਹੱਥੀਂ ਆਪਣੇ ਸਾਰੇ ਕੰਮ ਕਾਰ ਕਰਕੇ ਉਹਨਾਂ ਦੇ ਉੱਤੇ ਵਿਸ਼ਵਾਸ ਹੋ ਜਾਂਦਾ ਹੈ, ਪਰ ਜਿਹੜਾ ਗੁਰੂ ਦਾ ਬਣਾਇਆ, ਗੁਰੂ ਦਾ ਕੀਤਾ, ਗੁਰੂ ਦਾ ਵਚਨ ਹੈ, ਉਹਦੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ। ਕੁਛ ਵੀ ਨਹੀਂ, ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ। ਜਿਸ ਤਰ੍ਹਾਂ ਨੇ ਬੇਨਤੀ ਕੀਤੀ ਹੈ ਕਿ ਕਹੋ ਨਾਨਕ ਹਰ ਬਿਰਧ ਪਛਾਣ। ਮੈਂ ਵਾਰ-ਵਾਰ ਇੱਕੋ ਹੀ ਬੇਨਤੀ ਕਰਦਾ ਰਹਿੰਦਾ ਹੈ
कोई भी किसी वेले कोई बड़े कोई आते हैं कि क्योंकि संसारी कई दुखों को लैके किसी तरह का भी कोई होवे, उन्होंने एक बेनती जरूर कर दिंदा है कि बेटे होर कुछ होंदा है नहीं होंदा, कम से कम सवेरे शाम उठद्या बहद्या सतगुरां दे चरणों में बेनती अरदास जरूर करो, बेनती कराया करो कि बई सतगुर जी असीं भुल्लण आ बड़ियां भुल्लां हुंदियां ने साडे कोल, चाहुंदियां होया भी ना चाहुंदियां होया भी बड़ी बारी मन जिहड़ा आ उत्साह फड़दा है कि नहीं हुण मैं आह काम नहीं करना, हुण मैं इस तरह नहीं चलना, हुण मैं इस तरीके नाल चलना है। पर फिर जो टाइम आउंदा है, कोई मौका ऐसा आउंदा असीं फिसल जांदे कि सतगुर जी तुसीं बांह फड़ के रखो हमेशा। उन्होंने बार बार वचन करना, देखो सत्संग का देखो कई बार टाइम रखा कि हर संडे सत्संग होता है, संग्राम पे होता है, भंडारे होंगे ने, अजकल हर एक के मोबाइलों के इंटरनैट पर कुछ जो मर्जी आप सानू मिल जाए कि सतगुरां ने क्यों ऐसी रीत बनाई। जे गुरु जी ने वचन फरमाया सी कि सत्संग का एक वचन भी जीव वास्ते बहुत है, सत्संग का एक वचन भी इन्हूं समझ लग गया तो बई इहदा जीवन का पार उतारा हो जाएगा, तो फिर इन्ने सत्संगां की की लोड़ सी, कद वास्ते इन्नी लोड़, गल की सी सिर्फ याद कराउण वास्ते, क्योंकि असीं भुलदे हां बार बार भुलते हैं, तो जो सानू याद आ जाए असी इतना गाफल नहीं होना कि यदा मतलब आ गया कि उन्होंने फरमाया कि ठीक है जी असी तो भुलन तो हम भुले हैं जी, हम तुहाडी जिम्मेवारी, तो मतलब सानू लाइसेंस मिल गया कि हुण जी जो मर्जी करो कोई गल नहीं जी, इस तरह नहीं, साडे ते जिम्मेवारी पई है कि ठीक है जी कितने गलती ना किसी वेले कोई हो भी जाता है, कुछ हो जाता है, पर जदों भी जिस तरह कपड़ा है, कपड़ा हम पाउने तो गंदा तो होंदा ही, गंदा होंदा तो की करते हैं, ये तो नहीं गंदा हो गया सुट देंगे, फिर साबन ला के धोईदा, फिर धोई के फिर साफ करके प्रैस मार के फिर उन्होंने नवा करके करना। इस तरह ही किसी वेले मन से कोई दाग लग जाए पर ये मन से विराग आ गया, ये मन के सतगुरां का भै जागे, सतगुरां का प्यार जागे, वो जो दाग जोड़े सब तो उत्ते जाए, फिर उस तरह हो जाएगा। सतगुर कितना सानू बख्शदे, कई बार असी जो औगण किए होंगे ने साडे मन च नहीं होंदा कि असीं बख्शे जावांगे, पर सतगुर बख्श देंदे ने, दया करते हैं, वचन लगा देंदे ने, चल बेटे कोई गल नहीं हुण माफ किया, अगे तो बेटे ध्यान नाल जिम्मेवारी लगा के अगे ध्यान, ये नहीं अगे तो भी होरे तो बख्श देंदे आ, पर जे जान बुझ के असीं कोई इस तरह का उहनूं करदे आ तो फिर पर चलो जो भी जिस तरह उन्होंने वचन फरमाए ने कुछ भी कम से कम बेनती अरदास करना तो साडा हक है, वो तो सानू चाहिए है कि करना। जे एक की कहते हैं कि नाले चोर नाले चतर, एक पासे असीं गलतियां भी करिए और एक पासे ही कहिए कि नहीं लोड़ ही नहीं सानू इस चीज़ की, तो फिर कौन चाहिए। जिहड़े सतगुर ने कहा कि जिन्ना मान करोगे मैं उन्ना ही भरांगा, मान किस तरह ये थोड़ा किसी का गला वढ़ के कि मैनू मान है मैं बचा लो, नहीं इदा नहीं भाई कोई गलती हो गई है तो ये ना कि उस लैके झूलते रहिए, गलती हो गई है हूँ तो बस जी मैं पाप कर लिया, हूँ नहीं मैं बच सकता, हूँ नहीं, सतगुरां के उत्ते मान करके उस तो अगे वधिए तो अपना जीवन फिर शुरू करिए कि नहीं जो हो गया मेरे सतगुरु माफ कर दिया। उन्होंने को की नहीं है गुरुओं ने फरमाना कि भाई उन्होंने दरबार एक धोबी घाट होता, उन्होंने को हर तरह का है, साबन कह लीए, कोई एसिड कह लीए, थापी कह लीए, जिदा भी उन्होंने दाज लगाना उन्होंने दाज लेना, जी चीज़ का भी लगता है ला लेना। तो सानू कि जिस तरह धोबी को कपड़ा दे के आने तो उन्होंने असीं कोई उन्होंने फड़ा के आ जाते कि भाई दाग लगे इन्होंने ड्राई क्लीन करते इन्होंने ला देना, हम सानू पता वो की करता है, सानू लोड़ भी की है जानने की, सानू तो दाग लगता चाहिए दाग ला देना, इन्ना विश्वास हो सही जिस तरह से संसारी तौर पर सानू विश्वास होता है, इन्ना गुरु से विश्वास बन जाए तो फिर झूरेगा बंदा। हो भी गई कितने कोई कहते सतगुरां के गल करके भी मेरा सतगुरु बख्शण ना, इस तरह बाणी जो उन्होंने फरमाया कि सतगुरु मेरा मेहरबान मेहरबान मेहरबान,
कई जगह तो लिखा तुम हो राजन के राजा महाराजन के महाराजा, कहते ਤੁਹਾਡੇ ਤੋਂ ਵੱਡਾ ਕਿਹੜਾ ਕੋਈ ਹੈਗਾ ਕੋਈ। ਸੰਸਾਰੀ ਤੌਰ ਦੇ ਉੱਤੇ ਰਾਜੇ ਮਹਾਰਾਜੇ ਜਿਹੜੇ ਆ ਇਹਨਾਂ ਦੇ ਭੰਡਾਰਾਂ ਦੇ ਵਿੱਚ ਹੀ ਕਮੀ ਆ ਸਕਦੀ ਹੈ, ਪਰ ਉਹਦੇ ਭੰਡਾਰ 'ਚ ਕੋਈ ਕਮੀ ਨਹੀਂ, ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੈ, ਸਭ ਕੁਝ ਉਹਦੇ ਹੱਥ ਦੇ ਵਿੱਚ ਹੈ, ਕੋਈ ਚੀਜ਼ ਉਹਦੇ ਬਾਹਰ ਨਹੀਂ ਹੈ। ਜਿੰਨੀਆਂ ਚੀਜ਼ਾਂ ਜੋ ਅਸੀਂ ਬਾਹਰ ਤੋਂ ਅਸੀਂ ਕਹਿੰਦੇ ਹਾਂ ਗ੍ਰਹਿ ਚਾਲਾਂ ਕੁਛ ਵੀ ਜੋ ਇਹ ਕੋਈ ਉਹ ਤੋਂ ਬਾਅਦ ਜੇ ਉਹਨਾਂ ਦੀ ਰਹਿਮਤ ਹੋਵੇ ਕਿਰਪਾ ਹੋਵੇ ਉਹਨਾਂ ਦੀ ਤੇ ਸਭ ਕੁਝ ਸਹੀ ਹੋ ਜਾਂਦਾ। ਬਸ ਉਹਨਾਂ ਦੀ ਕਿਰਪਾ ਲੈਣ ਵਾਸਤੇ ਉਹਦੇ ਵਾਸਤੇ ਹੋਰ ਨਹੀਂ ਕੁਝ ਕਰਨਾ ਪਏਗਾ, ਇੱਕ ਭਰੋਸਾ ਕਰਨਾ ਪਏਗਾ, ਇੱਕ ਵਿਸ਼ਵਾਸ ਕਰਨਾ ਪਏਗਾ ਕਿ ਬਈ ਗੁਰੂ ਤੋਂ ਇਲਾਵਾ ਸਾਡਾ ਕੋਈ ਨਹੀਂ ਹੈ, ਗੁਰੂ ਜਿਹਾ ਨਾ ਹੀ ਕੋਈ ਦੇ, पर जिसके तुरमस्तक भाग सो लागा से। कई बार शासन जो सुने क्योंकि गुरु की जी शोभा की कहा गुरु गुरु गुर कर मन मोर, गुरु जिहा मैं ना ही हो, कहते कोई दुनिया से हो रहा है नहीं गुरु जिहा मैं ना ही हो, कोई मैंने ऐसा दिसता ही नहीं गुरु। क्यों नहीं दिसता, कहते एक औगण मेरा बाबुल तके देवे देश निकाला, लख औगण मेरा सतगुर तके फिर भी करता था। कोई हो ही नहीं सकता उसके बारे, लखों गुनाह करते हैं करोड़ों गुनाह करते हैं पर कभी वो दर तो धक्का नहीं मिलता। ये सतगुरां दी शोभा जे फिर भी उन्होंने भुल जाइए, जे फिर भी उसको पिठ हो, फिर सतगुरां ने फरमाया सी जिसने मैं कहा कि नौ नीचे पानी चढ़ा अब भी न बीजी कोर, सतगुरु पूरा क्या करे जो सिद्ध हृदय प्यार करे। कहते समुद्र ठाठा मारदा पिया ते इनू किते माड़ी जी दी कोर गिल्ली नहीं हुंदी ते भी वो की उहदा कोई फायदा नहीं। सतगुरु ने हर तरह सानू छोड़ दे, बड़े बड़े इत्थे ऐसे ऐसे कई हैगे ने रस्ते जिहदे विच इन्ना डरा धमका के भगती की जाती, बड़ा कुछ दस्या जाता, आ ना कीता तो इदां हो जाएगा, आ ना कीता तो इदां हो जाएगा, पर सतगुरु ने सारे पासों सानू आजाद किया। सिर्फ एको चीज़ का कम क्या ध्यान रखी, गुरु का वचन है, होर कोई गल नहीं, जो मर्जी हो जाएगा तो सतगुरु बख्श देगा। तो फड़े मुहम्मद के छुड़ावे खुदाया, तो खुदा के फड़िया कोई छुड़ा नहीं, सारिया चीज़ां वो हाथ में, इस करके वो बनी रहे। बाकी किहड़ी गल है दुनिया नाल मने ना बने, इस चीज़ की परवाह नहीं, पर इन्ना मान हो जाए सी, इन्ना भरोसा हो जाए, फिर किसी चीज़ की कोई फिर भुख नहीं ना किसी चीज़ का बड़ा है, पर इन्ना विश्वास हो कि गुरु परमेश्वर एको जान जो ते सुभावे सो परवान, इन्ना मान हो कि गुरु ते परमेश्वर के कोई फर्क नहीं है, इन्ना भरोसा होएगा तो फिर बेनती भी उस तरह की होएगी, फिर बेनती के भी उन्ना बल होएगा, बेनती कर लग्या कोई झिझकांगे नहीं, अंदरों मंगन लग्या झिझकांगे नहीं, पता होएगा कि समर्थ है सब कुछ वो भंडार के मैनू मिलेगा ही मिलेगा, किहड़ी चीज़ उन्होंने भंडार चो बाहर, जो इन्ना मान आएगा तो फिर बेनती कर लग्या मन के कोई शंका नहीं आएगी, सोच विचार नहीं आएगी, फिर वो बेनती जी सीधी सतगुरां के चरणों में जाएगी भी वह जवाब भी फिर मिलेगा। तो जो विश्वास ही ना हो, विश्वास ही डावाडोल हो, एक पासे बेनती करते हुए अंदर शंका हो, पता नहीं होना कि नहीं होना, पता नहीं की गल है, पता नहीं किस तरह है, तो फिर वो किस तरह कर, इस करके सब तो वध जिहड़ा फिर पहले उन्होंने कहा कि गुरु नानक मन रहे गए ना गुरु उपदेश, गुरु का उपदेश की कहते सतगुरु की प्रमोद बोला एडा वड्डा ब्राह्मण सानू कोई भार नहीं पाया दुनिया, किसी चीज़ का भार नहीं, पर सानू हल्कियां कर दिता, उन्होंने कहा सारिया चीज़ां छड्ड दे, बस गुरु पिछे रख। क्यों उन्होंने वचन फरमाए है कि गुरु परमेश्वर एक हो जाओ, क्योंकि दुनिया को राजी करते रहेंगे तो कुछ नहीं, कोई साडा कोई स्वाद नहीं,
पर जब गुरु राजी हो गया, या गुरु राजी तो करता राजी, कर्म काल की चले ना बाजी, गुरु प्रसन्न होवे जिस जन पर वही जीव है सबसे। गुरु की प्रसन्नता की लोड़ है, दुनिया की प्रसन्नता की। ਜਿਹੜੇ ਬਚਨ ਵਿੱਚ ਆਏ ਉਹਦੇ ਕਿ ਜਿਹੜੇ ਕਰ ਪਰਪੰਚ ਉਦਰ ਨਿਜ ਪੇਖਿਓ ਪਸ਼ੂ ਕੀ ਨਿਆਈ ਸੋਇਓ। ਅਸੀਂ ਬਾਕੀ ਪ੍ਰਪੰਚ ਕਰਦੇ ਰਹੇ ਨੇ ਦੁਨੀਆ ਨੂੰ ਖੁਸ਼ ਕਰਨ ਵਾਸਤੇ, ਗੁਰੂ ਨੂੰ ਖੁਸ਼ ਕਰਨ ਵਾਸਤੇ ਕੋਈ ਸਾਡਾ ਕੋਈ ਐਸਾ ਨਹੀਂ। ਉਧਰ ਉੱਪਰੋਂ ਜਿਸ ਤਰ੍ਹਾਂ ਅਸੀਂ ਕਰਦੇ ਰਹੇ ਕੋਈ ਨਹੀਂ ਇਸ ਤਰ੍ਹਾਂ ਹੀ ਨਹੀਂ। ਇਹਦੇ ਮਨ 'ਚ ਇੱਕ ਭਰੋਸਾ ਐਸਾ ਹੋਵੇ, ਬਾਕੀ ਫਿਰ ਜਿੱਧਰ ਮਰਜ਼ੀ ਜਾਵੇ ਕੋਈ ਗੱਲ ਨਹੀਂ, जो मर्जी करता फिरे वही सतगुरु को बचा लो। मैं कई बार एक गल सुनाई है कि गुरु महाराज बाबा जी तो कोई सिख सी ते दसदे कि जो पाकिस्तान बनया तो बाबा जी सत्संग फरमाउंदे पए सी ते कोई सिख उधर कोई किसी कोई ऐसी हालत दे विच सी उधर ते दस्सिया कि लाहौर दे विच शायद उत्थे कोई टांगे उत्ते जांदा पिया सी, नाल उहदे कोई इस तरह कोई लड़की सी ते कोई भी ऐसी दशा सी उन्हां दी ते वो कहण लगी कि देखो असीं किन्ने पाप करदे हां, की असीं करदे हां ते असीं कदी बख्शे जावांगे, खुदा सानूं भी बख्शेगा कदी। हुण जिहड़ी मर्जी हालत सी उन्हें रजे पए सी, जो मर्जी जिस तरह दे हालात सी, पर एक मान आया कहण लगे भाई तेरा तो मैनूं पता नहीं, तेरा खुदा तैनूं बख्शे ना बख्शे, मेरा खुदा तो मैनूं जरूर बख्शेगा। मन के विश्वास आ गया, भरोसा आया। तो फरमाते दसिया सतगुरां ने कि उत्थे सतगुरु सत्संग करते करते मुस्कुरा गए। संगत ने पूछा भी कि मैं दसिया भी कोई नहीं वक्त आया। फिर जो सेवादार उत्थे पहुंचा, जो सारी गल का पता लगा तो फिर वो आया सतगुरां फरमाया कि इहनूं पूछो कि बई की कहंदा सी, इहनूं मान आवे तो सही। जो गुरु महाराज बचन ने फरमाया कि भी आउंदे कद वास्ते, आउंदे प्यालियां कचाड़ियां वास्ते नहीं, जिहड़े साफ ने उन्होंने की लोड़ है, वो साडे वर्गे प्यालियां कचाड़ियां वास्ते ही आए। बस इन्ना विश्वास भरोसा हो गया, बाकी गल्लां जो मर्जी सब कुछ संसार च मिल जाए वह मान ना करे। बस एक चीज मान होए कि एक बात भली बन आयो कहायो तुमरे जी, बस होर किसी चीज़ की नहीं है। सब कुछ दुनिया में बड़े बड़े अमीर है, बड़े बड़े शाहूकार है, बड़े बड़े जो नेता है, सब कुछ उन्होंने को, पर इस वे साढ़े वास्ते एको ही मान वाली गल है, एको ही मान है कि असीं उस सतगुरां दे बच्चे, ये जिहड़े बख्शणहार जिन्होंने कहते गुण औकण मेरा कछु नहीं विचारिया बख्श दिया किरमा। कोई नहीं देखा कि किस तरह से है, जिन्नियां मर्जी गलतियां करते हैं फिर बख्शते हैं। जो आके सिर झुका दें, जो चाहे उपरों भी कह दें। पिछले सतगुरां दे वचन आए सी स्वामी जी महाराज दे कि गुरु मैं गुनाहगार अत भारी, वो एक वचन आए सी कि मैं जो भी बेनतियां कर रहा, मैं जो भी कर रहा सतगुरु जी उत्तों उत्तों कर रहे हैं। कई बार असी भी करते हैं, पर वो सतगुर ऐसे दाता ने कि साड़ी हर चीज़ को मन के जिस तरह मंजूर कर लेते, उपरों उपरों भी करते हैं तो भी नहीं खाती जाती। फिर ऐसे सतगुरां नसानी कौन हो सकता है? जिस तरह के मर्जी साढ़े कर्म हो, जो मर्जी हो, कभी भी सानू उधरों कभी पेट नहीं, कभी ये नहीं कहा कि तेरे कर्म ही माड़े, कभी ये जवाब नहीं, क्योंकि कर्म तो वो आप बनाने वाले ने सारे। जिस तरह के मर्जी हो, जो उन्होंने सिर झुक गया, जो उन्होंने शर्म के ही आ गए तो फिर काहदी कमी है, उन्होंने कुछ नहीं, जो मर्जी कर सकते। सतगुर दया कृपा कर, ऐसा भरोसा बख्शण, ऐसा प्यार बख्शण, और किसी चीज़ की सानू लोड़ नहीं। बड़े बड़े दुनिया के तपस्वी हुए, बड़े बड़े तप किए, हज़ारों वर्ष तप किए, पर एक सैकंड के ही थल्ले आ गए, सब तप नाश हो गए। पर यह जिहड़ा तप है, जिहड़ी तपस्या जी
ਆਪਣੇ ਗੁਰੂ ਦੇ ਮਾਣ ਵਾਲੀ, ਆਪਣੇ ਗੁਰੂ ਦੇ ਪਿਆਰ ਵਾਲੀ, ਭਰੋਸੇ ਵਾਲੀ। ਮੈਂ ਕੱਲ੍ਹ ਵੀ ਗੁਰੂ ਮਹਾਰਾਜ ਦੇ ਸੇਵਾਦਾਰ ਆਏ ਸੀ ਗੁਰਦਾਸਪੁਰ ਤੋਂ, ਤੇ ਉਹ ਗੱਲ ਕਰ ਰਹੇ ਸੀ ਕਿ ਗੁਰੂ ਮਹਾਰਾਜ ਨੇ ਫਰਮਾਉਣਾ ਕਿ ਗੁਰੂ ਨਾਲ ਪਿਆਰ ਕਰ ਲਓ, ਜਿਸ ਤਰ੍ਹਾਂ ਕਰਨਾ ਕਰ ਲਓ, ਭੈਣ ਬਣਾ ਕੇ, ਭਰਾ ਬਣਾ ਕੇ, ਪਿਓ ਬਣਾ ਕੇ ਕਰਨਾ ਹੈ, ਮਾਮਾ ਫੁੱਫੜ ਚਾਚਾ ਬਣਾ ਕੇ, ਜਿੱਦਾਂ ਵੀ ਕਰਨਾ ਕਰ ਲਓ ਪਿਆਰ, ਕਿਉਂਕਿ ਉਹ ਹਰ ਨਾਤੇ ਚ ਪੈ ਗਿਆ। ਪਰ ਹਾਂ ਸਤਿਗੁਰਾਂ ਦੇ ਬਚਨ ਇਹ ਵੀ ਕਿ ਬਈ ਨਾਤਾ ਜਿਹੜਾ ਵੀ ਹੋਵੇ ਸੱਚਾ ਹੋ। ਪਰ ਗੁਰੂ ਮਹਾਰਾਜ ਜੀ ਹਾਂ ਕਈ ਜਗ੍ਹਾ ਤੇ ਮੌਜ ਦੇ ਵਿੱਚ ਸਤਿਗੁਰਾਂ ਨੇ ਫਰਮਾਇਆ ਕਿ ਜੇ ਅਸੀਂ ਫਾਇਦੇ ਵਾਲਾ ਚਾਹੁੰਦੇ ਹਾਂ, ਇਹ ਤਾਂ ਪਿਆਰ ਵਾਲੀ ਗੱਲ ਹੋ ਗਈ ਨਾ। ਕਿ ਕੋਈ ਕਹਿ ਦਿੰਦੇ ਨੇ, ਮੈਨੂੰ ਯਾਦ ਹੈ ਗੁਰੂ ਮਹਾਰਾਜ ਨੇ ਇੱਕ ਸਾਸਨ ਸੁਣਾਇਆ ਕਿ ਵਚਨ ਆਏ ਸੀ ਕਿ ਗੁਰੂ ਮਹਾਰਾਜ ਨੇ ਜਾਣਾ ਕਈ ਵਾਰੀ ਧਿਆਨਪੁਰ ਜਦੋਂ, ਤੇ ਕਈ ਐਸੇ ਨਗਰ ਵਾਲੇ ਜਿਹੜੇ ਮਿਲਣੇ, ਤੇ ਉਹਨਾਂ ਨੇ ਕਹਿਣਾ ਕਿ ਜਦੋਂ ਗੁਰੂ ਮਹਾਰਾਜ ਦਾ ਕੋਈ ਸੇਵਾਦਾਰ ਨੂੰ ਆਉਣਾ, ਕੋਈ ਨੇ ਕੋਈ ਗੱਲ ਕਰਨੀ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਦਰਬਾਰ ਤੋਂ ਕਿਸੇ ਨੇ ਕਹਿਣਾ ਅੱਛਾ ਚਲੋ ਉਹ ਤਾਂ ਸਾਡੇ ਤਾਇਆ ਜੀ ਦੇ ਬੇਟੇ ਨੇ, ਉਹ ਤਾਂ ਸਾਡੇ ਚਾਚਾ ਜੀ ਦੇ ਬੇਟੇ ਨੇ, ਕਿਸੇ ਨੇ ਕੁਛ ਕਹਿਣਾ, ਕਿਸੇ ਨੇ ਕੁਛ ਕਹਿਣਾ। ਗੁਰੂ ਮਹਾਰਾਜ ਨੂੰ ਫਰਮਾਉਣਾ ਕਿ ਬਈ ਕਰ ਉਹ ਮਰਜ਼ੀ ਬਣਾ ਕੇ ਪਿਆਰ ਕਰ, ਨਾਤਾ ਕੋਈ ਵੀ ਮਾੜਾ ਨਹੀਂ, ਪਰ ਬਣੇ ਤਾਂ ਸਹੀ ਪੂਰਾ। ਪਰ ਇਹ ਜਿਹੜਾ ਗੁਰੂ ਸ਼ਿਸ਼ ਦਾ ਨਾਤਾ ਹੈ ਉਹ ਇੱਕ ਅਲੌਕਿਕ ਨਾਤਾ, ਕਿਉਂਕਿ ਬਾਕੀਆਂ ਨਾਤਿਆਂ ਦੇ ਵਿੱਚ ਗੱਲ ਕੋਈ ਨਹੀਂ ਹੈਗੀ, ਪਰ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਮਨ ਧੋਖਾ ਦਿੰਦਾ ਹੈ। ਕਈ ਵਾਰੀ ਅਸੀਂ ਇਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਲਓ ਜੀ ਅਸੀਂ ਜਿੱਦ ਵੀ ਕਰ ਸਕਦੇ ਹਾਂ, ਅਸੀਂ ਵਿਆਹ ਵੀ ਕਰ ਸਕਦੇ ਹਾਂ, ਪਰ ਜਿਹੜਾ ਗੁਰੂ ਸ਼ਿਸ਼ ਦੇ ਨਾਤੇ ਜਿਹੜਾ ਅਦਬ ਹੈ ਉਹ ਹੋਰ ਕਿਸੇ ਚੀਜ਼ 'ਚ। ਇਸ ਕਰਕੇ ਸਤਿਗੁਰਾਂ ਨੂੰ ਹਮੇਸ਼ਾ ਬੇਨਤੀ ਕਰੀਏ, ਅਰਦਾਸ ਕਰੀਏ ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ, ਸਾਨੂੰ ਸੱਚਾ ਭਰੋਸਾ ਬਖਸ਼ੋ, ਸੱਚਾ ਪਿਆਰ ਬਖਸ਼ੋ। ਜੇ ਸਤਿਗੁਰ ਦਇਆ ਕਿਰਪਾ ਕਰ ਦੇਣ, ਉਹ ਸਾਨੂੰ ਸੱਚਾ ਸਾਡੇ ਅੰਦਰ ਪਿਆਰ ਜਾਗ ਗਿਆ, ਡਰ ਉਹ ਅੰਦਰ ਆ ਗਿਆ, ਭੈ ਆ ਗਿਆ, ਤੇ ਫਿਰ ਕਿਸੇ ਚੀਜ਼ ਦੀ ਫਿਰ ਬੇਫਿਕਰੀ, ਜਿੱਥੇ ਮਰਜ਼ੀ ਜਿਸ ਤਰ੍ਹਾਂ ਪੁੱਠੀਆਂ ਇਸ਼ਾਰਾ ਹੋਵੇ ਤੇ ਗੱਲੂ ਕਰੇ, ਲੱਲੀਆਂ ਰੱਬ ਸਿੱਧੀਆਂ ਪਾਵੇ, ਫਿਰ ਸਭ ਕੁਛ ਸਿੱਧਾ ਹੀ ਪੈਂਦਾ। ਸਤਿਗੁਰ ਦੇ ਪਿਆਰ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ੇ। ਰਾਧਾ